ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਹੁੰਦੇ ਨੇ ਸਾਡੇ ਨਾਲ ਜਗਵੀਰ ਸਿੰਘ ਜੀ, ਅਤੇ ਦੱਸਣਗੇ ਸਾਨੂੰ ਕੁਛ ਕੁ ਜੋ ਮੰਗਲਵਾਰ ਨੂੰ ਇਲਾਜ ਪੁੱਛੇ ਜਾਂਦੇ ਨੇ, ਤਾਂ ਕੁਛ ਕੁ ਇਲਾਜ ਉਸ ਤੋਂ ਵਾਧੂ ਵੀ ਉਹ ਲੈ ਕੇ ਆਉਂਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਅੱਜ ਦੇ ਦਿਨ ਜਗਵੀਰ ਸਿੰਘ ਹੋਣਗੇ, ਜਗਵੀਰ ਸਿੰਘ ਹੋਣਾ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ। ਬੀਸਲਾ ਪਰਿਵਾਰ ਵੀ ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਕੌਰ ਮਾਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬਿਕਰ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਗਿੱਲ ਜੁਬਾ ਸਿਟੀ, ਗਰਮੀਤ ਸਿੰਘ ਚਲੀ ਐਸਕਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਗੁਰਚਰਨ ਸਿੰਘ ਬੇਕਰ, ਬਹਾਦਰ ਸਿੰਘ ਪ੍ਰਜਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜਗਵੀਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਹੈਲੋ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਟਾਰਟ ਕਰਦੇ ਹਾਂ ਤੇ ਸਾਰਿਆਂ ਤੋਂ ਪਹਿਲਾਂ ਪੁੱਛਦੇ ਸੀਗੇ ਵੀ ਸੁਣਦੇ ਹੈਗੇ ਪੈਰ, ਉਹਦੇ ਵਾਸਤੇ ਤੁਸੀਂ ਆਪਣੇ ਸੁੰਡ ਤੇ ਥੋੜੀ ਜਿਹੀ ਆਪਣੇ ਲਸਣ ਦੀਆਂ 2-3 ਕਲੀਆਂ ਤੇ ਥੋੜੀ ਦਾਲਚੀਨੀ, ਇਹ ਦੁੱਧ ਉਬਾਲ ਕੇ ਆਪਣੇ ਤੁਸੀਂ ਪੀ ਸਕਦੇ ਹੈਗੇ ਇਹਦੇ ਨਾਲ। ਤੇ ਅਦਰਕ ਤੇ ਲਸਣ ਦੀ ਚਟਨੀ ਜੀ ਬਣਾ ਕੇ, ਲੇਪ ਜਿਹਾ ਬਣਾ ਕੇ ਉਹਨੂੰ ਵਾਲਾ ਬਰੀਕ ਕਰਕੇ ਉਹ ਤੁਸੀਂ ਮਲ ਲਿਆ ਕਰੋ ਜਿੱਥੇ ਆਪਣੇ ਥਾਰੇ ਪੈਰ ਸੁੰਨ ਹੁੰਦੇ ਹੈਗੇ। ਜਾਂ ਤੁਸੀਂ ਆਪਣੇ ਤੁਲਸੀ ਦਾ ਰਸ ਅੱਧਾ ਚਮਚਾ ਲੈ ਲਓ ਭਾਵੇਂ, ਤੇ ਅੱਧਾ ਚਮਚਾ ਸੁੰਡ ਦਾ, ਤੇ 5-10 ਬੂੰਦਾਂ ਆਪਣੇ ਲਸਣ ਦੀਆਂ, ਇਹ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਤੁਸੀਂ ਆਪਣੇ ਚੱਟ ਸਕਦੇ ਹੈਗੇ। ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚ ਜੈਫਲ ਜਿਹੜਾ ਹੁੰਦਾ ਜੀ, ਨਟਮੈਗ ਜਿਹਨੂੰ ਕਹਿੰਦੇ, ਜੇ ਤਾਂ ਉਹਦਾ ਤੇਲ ਮਿਲਦਾ ਉਹ ਦੋਏ ਬਰਾਬਰ ਮਿਕਸ ਕਰਕੇ ਲਗਾ ਦਿਓ। ਅੱਗੇ ਪੁੱਛਦੇ ਸੀਗੇ ਆਪਣੇ ਲੱਤਾਂ ਦੇ ਦਰਦ ਆ ਜਿਹਨਾਂ ਦੇ ਪੱਟ ਆਕੜੇ ਪਏ ਹੈਗੇ। ਇੱਕ ਤਾਂ ਉਹਨਾਂ ਨੇ ਉਹਨੇ ਠੰਡੀ ਚੀਜ਼ਾਂ ਨਹੀਂ ਖਾਣੀਆਂ, ਇਹ ਆਪਣੇ ਜਿਹੜੀ ਹਵਾ ਹੁੰਦੀ ਹੈ ਉਹਨੇ ਇੱਥੇ ਲੱਤਾਂ 'ਚ ਆ ਜਾਂਦੀ ਹੁੰਦੀ ਹੈ, ਇਹਦੇ ਕਰਕੇ ਆਕੜ ਜਾਂਦੀਆਂ। ਤਲੀਆਂ ਵਿੱਚ ਚੀਜ਼ਾਂ ਤੇ ਠੰਡੀ ਚੀਜ਼ਾਂ ਨਹੀਂ ਇਹਦੇ ਵਿੱਚ ਖਾਣੀਆਂ ਹੈਗੀਆਂ ਤੁਸੀਂ। ਤੇ ਗੂਗਲ ਦੀਆਂ ਗੋਲੀਆਂ ਤੁਸੀਂ ਇੱਥੇ ਮਿਲ ਜਾਂਦੀਆਂ ਬਣੀਆਂ ਬਣਾਈਆਂ ਜੀ, ਉਹ ਤੁਸੀਂ ਆਪਣੇ 2 ਗੋਲੀਆਂ, ਜੇ ਜ਼ਿਆਦਾ ਹੈਗੀ ਤਾਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲੈ ਲਓ। ਨਹੀਂ ਤਾਂ ਪਹਿਲਾਂ ਇਕੱਲੀ 2 ਗੋਲੀਆਂ ਲੈ ਕੇ ਸਟਾਰਟ ਕਰਕੇ ਦੇਖ ਲਓ ਇਹ। ਫਿਰ ਆਪਣੇ ਨਹੀਂ ਤਾਂ ਤੁਸੀਂ ਇੱਕ ਪੋਟਲੀ ਰੇਤੇ ਦੀ ਬਣਾ ਕੇ ਕੱਪੜੇ ਮਾ ਰੇਤਾ ਬੰਨ ਲਓ ਖਾਸਾ, ਉਹਨੂੰ ਮਾਈਕ੍ਰੋਵੇਵ ਗਰਮ ਕਰਕੇ ਉਹਦਾ ਤੁਸੀਂ ਆਪਣੇ ਸੇਕ ਦੇ ਸਕਦੇ ਹੈਗੇ ਜਿੱਥੇ ਥਾਰੇ ਦਰਦ ਹੁੰਦਾ। ਜਾਂ ਫਿਰ ਤੁਸੀਂ ਆਪਣੇ ਸਰੋਂ ਦੇ ਤੇਲ ਦੇ ਵਿੱਚ 2 ਚਮਚੇ ਸਰੋਂ ਦਾ ਤੇਲ ਲੈ ਲਓ, 1 ਚਮਚਾ ਸ਼ਹਿਦ ਮਿਕਸ ਕਰਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰੋ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ 10 ਮੂਲ, ਤੁਹਾਨੂੰ 10 ਮੂਲਾ ਰਿਸਟ ਵੀ ਮਿਲ ਜਾਂਦਾ ਹੈਗਾ ਇਹ, ਨਹੀਂ ਤਾਂ ਸੁੱਕਾ ਪਾਊਡਰ ਵੀ ਮਿਲ ਜਾਂਦਾ, 10 ਮੂਲ ਕਹਿੰਦੇ ਉਹਨੂੰ, 10 ਮੂਲ ਸੁੱਕੇ ਪਾਊਡਰ ਨੂੰ ਕਹਿੰਦੇ ਹੈਗੇ, 10 ਮੂਲਾ ਰਿਸਟ ਕਹਿੰਦੇ ਹੈਗੇ ਆਪਣੇ ਲਿਕੁਇਡ ਨੂੰ। ਜੇ ਦੁਆਵਾਂ ਤੇ ਤੁਹਾਨੂੰ ਕੋਈ ਚੀਜ਼ ਮਿਲਦੀ ਹੈਗੀ ਉਹ ਤੁਸੀਂ ਲੈ ਲਓ। ਜੇ ਤੁਹਾਨੂੰ ਪਾਊਡਰ ਮਿਲਦਾ ਤਾਂ ਉਹਦੀ ਰਿਸ਼ਤਾ ਚਾਹ ਜੀ ਬਣਾ ਕੇ ਪੀਂਦੇ ਹੁੰਦੇ, 1 ਚਮਚਾ ਉਹਦਾ ਪਾ ਲਿਆ ਤੇ ਅੱਧਾ ਚਮਚਾ ਸੁੰਡ ਦਾ ਪਾ ਕੇ ਵਿੱਚੋਂ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਲਿਆ ਕਰੋ ਇਹ। ਤੇ ਫੁੱਲ ਮਖਾਣੇ ਇਹਦੇ ਵਿੱਚੋਂ ਚੰਗੇ ਰਹਿੰਦੇ ਜੀ ਲੱਤਾਂ ਦੇ ਦਰਦ ਵਾਸਤੇ। ਦੇਸੀ ਘੀ ਮੈਂ ਤੁਹਾਡੇ ਫੁੱਲ ਮਖਾਣੇ ਭੁੰਨ ਕੇ 10 ਰੋਜ਼ ਖਾ ਲਿਆ ਕਰੋ ਤੁਸੀਂ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੀਆਂ ਲੱਤਾਂ। ਜਾਂ ਫਿਰ ਤੁਸੀਂ ਆਪਣੇ ਔਲੇ ਲੈਣਾ ਹੈਗਾ, 1 ਪਾਊਡਰ ਚਮਚਾ ਔਲੇ ਦਾ ਲੈ ਕੇ ਉੱਤੋਂ ਤੁਸੀਂ ਆਪਣੇ ਲਸਣ ਵਾਲਾ ਦੁੱਧ ਪੀਣਾ। 1 ਕੱਪ ਲਸਣ ਲੈ ਕੇ 1 ਕੱਪ ਦੁੱਧ ਲੈ ਕੇ ਉਹਦੇ ਵਿੱਚ 3-4 ਕਲੀਆਂ ਲਸਣ ਦੀਆਂ ਉਬਾਲ ਲੈਣੀਆਂ ਹੈਗੀਆਂ ਜਾਂ 10 ਮਿੰਟ। ਉਹ ਚੰਗੀ ਤਰ੍ਹਾਂ ਜਦੋਂ ਉਬਲ ਗਿਆ ਫਿਰ ਉਹ ਔਲੇ ਦਾ ਪਾਊਡਰ ਲੈ ਕੇ ਉੱਪਰ ਤੇ ਤੁਸੀਂ ਇਹ ਲਸਣ ਵਾਲਾ ਦੁੱਧ ਪੀ ਲਿਓ, ਇਹਦੇ ਨਾਲ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਉਹਨੇ ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ ਲਸਣ ਤੇ ਜਵੈਣ ਜੀ ਤੇ ਥੋੜ੍ਹੀ ਸੁੰਡ, ਥੋੜ੍ਹੀ ਜਿਹੀ ਹਲਦੀ, ਥੋੜ੍ਹਾ ਜਿਹਾ ਤਿਰਫਲਾ ਪਾਊਡਰ ਅੰਦਾਜ਼ੇ ਨਾਲ ਜਿੰਨਾ ਸਾਰਾ ਤੇਲ ਹੈ, ਜੇ 1 ਕੱਪ ਹੈ ਤਾਂ ਇਹ ਤੁਸੀਂ ਪਾ ਕੇ ਇਹਨਾਂ ਐਨ ਚੰਗੀ ਤਰ੍ਹਾਂ ਉਬਾਲ ਲਓ। ਇਹ ਉਬਾਲ ਕੇ ਤੁਸੀਂ ਆਪਣੇ ਫਿਰ ਭੁੰਨ ਲੈਣਾ ਤੇ ਉਹਦੇ ਤੇਲ ਦੀ ਮਾਲਿਸ਼ ਕਰਨੀ ਹੈਗੀ ਤੁਸੀਂ। ਇਹ ਚੀਜ਼ ਵਧੀਆ ਰਹਿੰਦੀ ਹੈਗੀ ਇਹਦੇ ਵਾਸਤੇ। ਫਿਰ ਇਹਦੇ ਲੱਤਾਂ ਦੇ ਦਰਦ ਵਾਸਤੇ ਸਾਨੂੰ ਪਪੀਤਾ ਬਹੁਤ ਵਧੀਆ ਚੀਜ਼ ਹੈਗੀ। ਪਪੀਤਾ ਤੁਸੀਂ ਖਾਓ ਜ਼ਿਆਦਾ, ਇਹਦੇ ਨਾਲ ਵਧੀਆ ਚੀਜ਼ ਹੈਗੀ ਇਹ। ਜਾਂ ਪਪੀਤੇ ਦਾ ਗੁੱਦਾ ਤੇ ਲੌਕੀ ਦਾ ਗੁੱਦਾ ਇਹ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਇਹਦੇ ਤੁਸੀਂ ਆਪਣੇ ਲੱਤਾਂ ਤੇ ਐਨ ਲਗਾ ਕੇ ਉਹਨੂੰ ਤੇ ਉੱਪਰ ਗਰਮ ਪੱਟੀ ਜੀ ਬੰਨ੍ਹ ਕੇ ਪੈ ਜਾਓ ਆਰਾਮ ਨਾਲ, ਇਹਦੇ ਨਾਲ ਵੀ ਤੁਹਾਨੂੰ ਛੇਤੀ ਆਰਾਮ ਆ ਜਾਊਗਾ ਇਹ। ਜਾਂ ਨਹੀਂ ਤਾਂ ਪਪੀਤੇ ਦੇ ਰਸ ਦੇ ਵਿੱਚ ਉਨਾ ਹੀ ਅਦਰਕ ਦਾ ਰਸ ਲੈਣਾ, ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ। ਜਾਂ ਪਪੀਤੇ ਦੇ ਗੁੱਦੇ ਵਿੱਚ ਤੁਸੀਂ ਰਾਈ ਮਿਕਸ ਕਰਕੇ ਉਹਦਾ ਪੇਸਟ ਜਿਹਾ ਬਣਾ ਕੇ ਲਗਾ ਲਿਆ ਕਰੋ, ਇਹਦੇ ਨਾਲ ਵੀ ਸਾਰੀ ਲੱਤਾਂ ਦੀ ਜਿਹੜੀ ਦਰਦ ਉਹ ਦੂਰ ਹੋ ਜੂਗੀ। ਜੇ ਪੱਟ ਆਕੜੇ ਹੋਏ ਹੈਗੇ ਸਾਰੇ। ਗੂਗਲ ਦੀ ਗੋਲੀਆਂ ਬਹੁਤ ਵਧੀਆ ਚੀਜ਼ ਕੰਮ ਕਰਦੀਆਂ ਇਹਦੇ ਵਿੱਚੋਂ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਨਾਭੇ ਖਿਸਕ ਜਾਂਦੀ ਹੈਗੀ, ਇਹ ਧਰਨ ਜਿਹਨੂੰ ਕਹਿੰਦੇ, ਉਹ ਤਾਂ ਆਪਣੇ 10 ਗ੍ਰਾਮ ਤੁਸੀਂ ਉਹਦਾ ਗੁੜ ਲੈਣਾ ਹੈਗਾ, 3 ਚਮਚੇ ਸੌਂਫ ਦੇ, ਇਹ ਮਿਕਸ ਕਰਕੇ ਤੁਸੀਂ ਖਾਲੀ ਪੇਟ ਖਾਣੇ ਹੈਗੇ ਜੀ। ਇਹ ਥੋੜ੍ਹਾ 2 ਵਿਕਾ ਖਾ ਕੇ ਦੇਖੋ, ਇਹਦੇ ਨਾਲ ਸਾਡੀ ਨਾਭੀ ਕੰਟਰੋਲ ਆ ਜਾਂਦੀ ਜਿਹੜੀ ਉਹਨੇ ਖਿਸਕਦੀ ਹੈਗੀ। ਜਾਂ ਫਿਰ ਤੁਸੀਂ ਆਪਣੇ ਦੁਪਹਿਰ ਨੂੰ 1 ਚਮਚਾ ਅਦਰਕ ਦਾ ਰਸ
ਪਾਣੀ ਦੇ ਵਿੱਚ ਮੈਂ ਘੋਲ ਕੇ ਰੋਜ਼ ਪੀ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਿਹੜੇ ਹਾਈ ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ ਉਹ ਤੁਸੀਂ ਲੈ ਸਕਦੇ ਹੈਗੇ। ਸੂਰਜਮੁਖੀ ਦੇ ਬੀਜ ਲੈ ਲਓ 20 ਗ੍ਰਾਮ, ਅਸ਼ਵਗੰਧਾ 30 ਗ੍ਰਾਮ, ਗਲੋ 10 ਗ੍ਰਾਮ ਤੇ ਮਿਸ਼ਰੀ 50 ਗ੍ਰਾਮ। ਇਹ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ ਜੀ। ਜਾਂ ਫਿਰ ਜੇ ਤੁਹਾਨੂੰ ਆਪਣੇ ਹੁਣ ਘਬਰਾਹਟ ਜੀ ਹੁੰਦੀ ਤਾਂ ਬਲੱਡ ਪ੍ਰੈਸ਼ਰ ਹਾਈ ਹੋ ਕੇ ਤਾਂ ਉਹਦੇ ਵਿੱਚੋਂ ਤੁਸੀਂ ਜੇ ਡਾਊਨ ਲੈਣਾ ਮੰਗਦੇ ਛੇਤੀ ਤਾਂ ਤੁਸੀਂ ਆਪਣੇ ਜਿਹੜਾ ਕਤੀਰਾ ਗੋਂਦ ਹੁੰਦਾ ਜੀ, ਕਤੀਰਾ ਗੋਂਦ ਉਹ ਤੇ ਚਮਚਾ ਕਤੀਰਾ ਗੋਂਦ ਤੇ ਥੋੜ੍ਹੀ ਸ਼ੱਕਰ ਇਹ ਪਾਣੀ ਵਿੱਚ ਘੋਲ ਕੇ ਪੀ ਲਿਆ ਕਰੋ ਤੁਸੀਂ। ਨਹੀਂ ਤਾਂ ਤੁਸੀਂ ਇਕੱਲੇ ਹੀ ਕਤੀਰਾ ਗੋਂਦ ਭਾਵੇਂ ਰਾਤ ਨੂੰ 1 ਚਮਚਾ ਗਲਾਸ ਨਾਲ ਭਿਓ ਕੇ ਰੱਖ ਦਿਆ, ਸਵੇਰ ਨੂੰ ਉੱਠ ਕੇ ਖਾ ਲਓ ਤੁਸੀਂ। ਰੋਜ਼ ਤੁਸੀਂ ਐਂ ਕਰੋ 2-3 ਵੀਕਾਂ। ਇਹ ਸਾਡੇ ਸ਼ੂਗਰ ਵਾਲਿਆਂ ਵਾਸਤੇ ਵੀ ਵਧੀਆ ਚੀਜ਼ ਹੈਗੀ ਅਤੇ ਜਿਹਨਾਂ ਬਲੱਡ ਪ੍ਰੈਸ਼ਰ ਹੈਗਾ ਉਹਦੇ ਵਾਸਤੇ ਵੀ ਚੰਗੀ ਚੀਜ਼ ਹੈਗੀ ਅਤੇ ਜਿਹਨਾਂ ਨੂੰ ਉਹਨੇ ਲੇਡੀਜ਼ ਨੂੰ ਲਕੋਰੀਆ ਹੁੰਦਾ ਹੈਗਾ ਉਹ ਵੀ ਆਪਣੇ ਵਧੀਆ ਚੀਜ਼ ਹੈਗੀ। ਜੇ ਲਕੋਰੀਆ ਵਾਸਤੇ ਤੁਸੀਂ ਯੂਜ਼ ਕਰਨਾ ਹੈਗਾ ਤਾਂ ਤੁਸੀਂ ਆਪਣੇ ਵਿੱਚੋਂ ਥੋੜ੍ਹਾ ਜਿਹਾ ਸ਼ਹਿਦ ਯੂਜ਼ ਕਰ ਲਓ ਵਿੱਚ। ਇਹ ਵਧੀਆ ਚੀਜ਼ ਹੈਗੀ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਸਾਰਿਆਂ ਤੋਂ ਵਧੀਆ ਚੀਜ਼ ਹੈਗੀ ਜੇ ਤੁਸੀਂ ਸਟਾਰਟ ਕਰ ਦੇਵੇਂ ਜਿਹੜਾ ਤ੍ਰਿਫਲਾ ਪਾਊਡਰ ਹੁੰਦਾ ਜੀ, ਉਹ ਤੁਸੀਂ ਆਪਣੇ 1 ਚਮਚਾ ਰਾਤ ਨੂੰ 1-1.5 ਚਮਚਾ ਪਾਣੀ ਨਾਲ ਭਿਓ ਕੇ ਰੱਖਦਾ, ਸਵੇਰ ਨੂੰ ਪਾਣੀ ਨਿਤਰਿਆ ਵਾ ਪੀ ਲਿਆ। ਉਹਦੇ ਨਾਲ ਵਧੀਆ ਚੀਜ਼ ਹੈਗੀ ਇਹ। ਬਲੱਡ ਪ੍ਰੈਸ਼ਰ ਕੰਟਰੋਲ ਛੇਤੀ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਮੇਥੀ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਮੇਥੀ 1 ਚਮਚਾ ਰੋਜ਼ ਖਾ ਸਕਦੇ ਹਾਂ ਤੁਸੀਂ। ਫਿਰ ਤਰਬੂਜ ਅਤੇ ਆਪਣੇ ਖਸਖਸ ਦੇ ਬੀਜ ਇਹ ਬਰਾਬਰ ਲੈ ਕੇ ਤਰਬੂਜ ਅਤੇ ਖਸਖਸ ਅਤੇ ਇਹਨਾਂ ਨੂੰ ਪੀ ਕੇ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ। ਫਿਰ ਪਪੀਤਾ ਇਹਦੇ ਵਿੱਚੋਂ ਚੰਗੀ ਰਹਿੰਦਾ ਹੈਗਾ ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਦਹੀਂ ਦੇ ਵਿੱਚੋਂ ਤੁਸੀਂ 2 ਚਮਚੇ ਤੁਲਸੀ ਦੇ ਰਸ ਦੇ ਪਾ ਕੇ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਸਿਓ ਦੇ ਐਪਲ ਦੇ ਜੂਸ ਦੇ ਵਿੱਚੋਂ 1 ਨਿੰਬੂ ਨਿਚੋੜ ਕੇ ਤੁਸੀਂ ਇਹ ਪੀ ਲਿਆ ਕਰੋ। ਫਿਰ ਚੁਕੰਦਰ ਦੇ ਰਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਤੁਸੀਂ ਪੀ ਸਕਦੇ ਹੈਗੇ। ਤਰਬੂਜ ਦੇ ਰਸ ਨਾਲ ਨਿੰਬੂ ਨਿਚੋੜ ਕੇ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਗਾਜਰਾਂ ਅਤੇ ਪਾਲਕ ਦਾ ਰਸ ਇਹ ਪੀ ਲਿਆ ਕਰੋ। ਇਹ ਬਹੁਤ ਛੇਤੀ ਕੰਟਰੋਲ ਕਰਦਾ ਜੀ ਬਲੱਡ ਪ੍ਰੈਸ਼ਰ। ਇਹ ਤੁਸੀਂ ਵਧੀਆ ਚੀਜ਼ ਹੈਗੀ। ਜਾਂ ਫਿਰ ਇਹਦੇ ਵਿੱਚੋਂ ਗੁਲਕੰਦ ਚੰਗੀ ਚੀਜ਼ ਹੈਗੀ। ਗੁਲਕੰਦ ਤੁਸੀਂ ਖਾ ਸਕਦੇ ਬਲੱਡ ਪ੍ਰੈਸ਼ਰ ਵਾਲੇ। ਫਿਰ ਤਰਬੂਜ ਜਿੰਨਾ ਖਾ ਸਕਦੇ ਹੈਗੇ। ਲੀਚੀਆਂ ਤੁਸੀਂ ਖਾ ਲਿਆ ਕਰੋ। ਇਹ ਸਾਰੀਆਂ ਗਾਜਰਾਂ ਦਾ ਮੁਰੱਬਾ ਖਾ ਲਿਆ। ਇਹ ਵਧੀਆ ਚੀਜ਼ ਰਹਿੰਦੀ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਨੱਕ 'ਚੋਂ ਪਾਣੀ ਆਉਂਦਾ ਹੈਗਾ ਉਹ ਤਾਂ ਆਪਣੇ ਤੁਸੀਂ ਲੌਂਗਾਂ ਦੀ ਸਵਾਹ ਕਰਕੇ ਤਵੇ ਦੇ ਉੱਤੇ ਲੌਂਗ ਪਾ ਦਿਓ ਉਹ ਗਰਮ 'ਤੇ ਉਹਨੇ ਅੱਧਾ ਕੁ ਘੰਟਾ ਲੱਗਦਾ ਉਹਨੂੰ ਜਮਾਂ ਦੇ ਸਵਾਹ ਬਣਨੇ ਨੂੰ। ਐਨੂੰ ਜਦ ਸਵਾਹ ਬਣ ਗਈ ਉਹਦੀ ਆਪਣੇ ਮਾੜੀ ਜਿਹੀ ਲੈਣੀ ਹੈਗੀ ਉਹ ਜਿਸ ਤਰ੍ਹਾਂ 4 ਚੌਲਾਂ ਦੇ ਦਾਣੇ ਜਿੰਨੀ ਉਨੇ ਕੁ ਲੈ ਲਓ। ਚਾਹੇ ਸ਼ਹਿਦ ਮਾ ਪਾ ਕੇ ਲੈ ਲਓ, ਚਾਹੇ ਦੁੱਧ ਨਾਲ ਮਿਕਸ ਕਰਕੇ ਲੈ ਲਓ। ਇਹਦੇ ਨਾਲ ਜਿਹੜਾ ਨੱਕ ਮਾ 'ਤੇ ਪਾਣੀ ਬਹਿਣਾ ਹਟ ਜਾਂਦਾ ਜੀ ਇਹ। ਨਹੀਂ ਤਾਂ ਤੁਸੀਂ ਉਹਨੇ ਫਰਾਈ ਪੈਨ ਦੇ ਵਿੱਚ ਉਹਨੂੰ ਗਰਮ ਕਰੋ। ਫਰਾਈ ਪੈਨ ਉਹਦੇ ਵਿੱਚ ਹਲਦੀ ਦੀ ਗੱਠੀ ਦੇ ਦਿਓ। ਜ਼ਿਆਦਾ ਉਹਨੇ ਧੂੰਆਂ ਜਿਹਾ ਉੱਠੂਗਾ ਉਹਦਾ ਉਹ ਤੁਸੀਂ ਧੂੰਆਂ ਉਹਨੇ ਇਨਹੇਲ ਕਰਨਾ ਹੈਗਾ, ਸੁੰਘਣਾ ਹੈਗਾ ਜ਼ੋਰ ਲਗਾ ਕੇ ਉਹਨੇ। ਉਹ ਜਿਹੜਾ ਸਾਰਾ ਨੱਕ ਮਾ ਪਾਣੀ ਉਹ ਖੁਸ਼ਕ ਕਰ ਦਿੰਦੀ ਹੈ ਜੀ। ਜਿਹੜੀ ਹਲਦੀ ਹੁੰਦੀ ਨੱਕ ਮਾ 'ਤੇ ਜਿਹੜਾ ਪਾਣੀ ਹੁੰਦਾ ਉਹ ਖੁਸ਼ਕ ਹੋ ਜਾਊਗਾ ਉਹ ਸਾਰੇ। ਜਾਂ ਫਿਰ ਤੁਸੀਂ ਜਿਹੜੇ ਮੋਢੇ ਦਾ ਦਰਦ ਕਹਿੰਦੇ ਸੀਗੇ ਵੀ ਮੋਢੇ ਜਿਵੇਂ ਦਰਦ ਹੁੰਦਾ ਹੈਗਾ ਜਗ੍ਹਾ 'ਤੇ ਇਹ ਤੁੰਮੇ ਦੀ ਜੜ੍ਹ ਦਾ ਚੂਰਨ ਇਹ 1 ਚੁਟਕੀ ਬਹੁਤ ਹੈ ਜੀ। 1 ਚੁਟਕੀ ਤੁੰਮੇ ਦੀ ਦਾ ਚੂਰਨ ਅਤੇ ਅੱਧਾ ਚਮਚਾ ਮਗਾਂ ਦਾ ਇਹ ਤੁਸੀਂ ਆਪਣੇ ਮਿਕਸ ਕਰਕੇ ਇਹ ਤੁਸੀਂ ਕੋਸੇ ਗਰਮ ਪਾਣੀ ਨਾਲ ਲੈ ਲਓ। ਇਹਦੇ ਨਾਲ ਜੋੜਾਂ ਦਾ ਦਰਦ, ਮੋਢੇ ਦਾ ਦਰਦ ਸਾਰਾ ਹਟ ਜੂਗਾ ਜੀ। ਜਿਹੜੇ ਉਹ ਕਹਿੰਦੇ ਸੀਗੇ ਵਾਲਾਂ ਦੇ ਵਿੱਚੋਂ ਜਿਹੜੇ ਚੱਕਰ ਜੇ ਪੈਂਦੇ ਇਹ ਗੋਲ ਜੇ ਵੀ ਉਹ ਦਵਾਈ ਤਾਂ ਉਹਨਾਂ ਨੇ ਮੰਗਵਾ ਲਈ ਹੈਗੀ। ਉਹਦਾ ਨਾਂ ਸੀਗਾ ਜੋ ਰੋਗਨ ਜਰਾਰੀ। ਉਹ ਤਾਂ ਤੁਸੀਂ ਉਹਨੇ ਪਹਿਲਾਂ ਇੱਕ ਥੋੜ੍ਹਾ ਰਫ ਤੌਲੀਏ ਜੀ ਲੈ ਕੇ ਛੋਟਾ ਜਿਹਾ ਕੱਪੜਾ ਜਿਹੜਾ ਹੁੰਦਾ ਉਹ ਜਿੱਥੇ ਸਾਰਾ ਗੰਜ ਪਿਆ ਵਾ ਹੈਗਾ ਉੱਥੇ ਉਹਨੂੰ ਘਸਾ ਲੈਣਾ ਹੈਗਾ ਜੀ ਥੋੜ੍ਹਾ ਜਿਹਾ ਵੀ ਉਹਦੀ ਸਿੱਕਰੀ ਜੀ ਲੈ ਜਾਵੇ। ਜਿੱਥੇ ਸਾਰੇ ਆਪਣੇ ਗੰਜ ਪਿਆ ਵਾ ਉਹਦੀ ਸਿੱਕਰੀ ਜਾਂ ਸਾਫ਼ ਜਾਂ ਤੁਹਾਨੂੰ ਹੋ ਗਿਆ ਦੇਖਦਾ ਵੀ ਸਾਫ਼ ਹੋ ਗਿਆ ਤਾਂ ਕਿਊ ਟਿਪ ਲੈ ਕੇ ਜਿਹੜੀ ਡੱਕੇ ਦੇ ਉੱਤੇ ਰੋਈ ਲਿਪਟੀ ਵੀ ਹੁੰਦੀ ਹੈ ਕਿਊ ਟਿਪ ਉਹ ਲੈ ਕੇ ਤੁਸੀਂ ਉਹਨੇ ਉਹਾਂ ਭਿਓ ਕੇ ਦਵਾਈ ਦੇ ਵਿੱਚੋਂ ਉਹ ਤੁਸੀਂ ਆਪਣੇ ਉਹਦੇ ਉੱਤੇ ਲਗਾਉਣੀ ਹੈਗੀ ਜੀ। ਉਹ ਪੁੱਛਦੇ ਵੀ ਲਗਾਉਣੀ ਕਿਸ ਤਰ੍ਹਾਂ ਕਿਊ ਟਿਪ ਨਾਲ ਤੁਸੀਂ ਆਪਣੇ ਲਗਾਉਣੀ ਹੈਗੀ। ਛੋਟੀ ਜਿਹੀ ਸੀਸੀ ਹੁੰਦੀ ਹੈ ਪਰ 100% ਗਰੰਟੀ ਹੈ ਜੀ ਉਹਨੇ ਹਟ ਜੂਗਾ ਪੂਰੀ। ਜਿਹੜੇ ਐਸੀਡਿਟੀ ਵਾਸਤੇ ਪੁੱਛਦੇ ਸੀਗੇ ਉਹਨਾਂ ਨੂੰ ਤਾਂ ਤੁਸੀਂ ਆਪਣੇ ਨਾਰੀਅਲ ਦਾ ਪਾਣੀ ਪੀਓ। ਉਹਦੇ ਨਾਲ ਇੱਕ ਚੂਰਨ ਆਉਂਦਾ ਜੀ ਬਣਿਆ ਬਣਾਇਆ ਚੂਰਨ ਤੁਸੀਂ ਔਡਰ ਦੇ ਕੇ ਮੰਗਵਾ ਸਕਦੇ। ਨਹੀਂ ਤਾਂ ਆਯੁਰਵੈਦਿਕ ਸਟੋਰ 'ਚੋਂ ਮਿਲ ਜੇਗਾ ਤੁਹਾਨੂੰ। ਅਬ ਪੀਤੀ ਕਰ ਚੂਰਨ ਹੈ ਜੀ ਉਹਨਾਂ ਨੂੰ ਅਬ ਪੀਤੀ ਕਰ ਚੂਰਨ। ਇਹ ਤੁਸੀਂ ਆਪਣੇ 1 ਚਮਚਾ ਨਾਰੀਅਲ ਦੇ ਪਾਣੀ ਨਾਲ ਲਾਓ। ਇਹਦੇ ਨਾਲ ਸਾਰੀ ਐਸੀਡਿਟੀ ਹਟ ਜੂਗੀ ਜੀ ਇਹਦੇ ਨਾਲ। ਫਿਰ ਰੋਟੀ ਖਾਣ ਦੇ ਬਾਅਦ ਤੁਸੀਂ ਆਪਣੇ 1 ਅੱਧਾ ਲੌਂਗ ਮੂੰਹਾਂ ਪਾ ਕੇ ਚੂਸ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਜਿਹੜੀ ਕਾਲੀ ਹੱਡਾਂ ਹੁੰਦੀਆਂ ਛੋਟੀਆਂ ਕਾਲੀ ਹੱਡ ਜੀ ਇਹ ਜੰਗ ਹੱਡ ਵੀ ਇਹਨੂੰ ਕਹਿੰਦੇ ਹੈਗੇ ਅੱਧਾ ਚਮਚਾ ਉਹਦਾ ਪਾਊਡਰ ਬਣਾ ਲੈਣਾ ਤੁਸੀਂ ਅਤੇ ਥੋੜ੍ਹੇ ਗੁੜ ਦੇ ਵਿੱਚ ਮਿਕਸ ਕਰਕੇ ਗੋਲੀ ਜੀ ਬਣਾ ਲਓ ਮੋਟੀ ਜੀ ਖਾਸੀ ਵੱਡੀ ਉਹ ਮੂੰਹਾਂ ਪਾ ਕੇ ਤੁਸੀਂ ਚੂਸੀ ਚੱਲੋ। ਉਹਦੇ ਨਾਲ ਵੀ ਸਾਰੀ ਐਸੀਡਿਟੀ ਨੂੰ ਫਰਕ ਪੈ ਜਾਂਦਾ ਜੀ। ਫਿਰ ਤੁਸੀਂ ਔਲੇ ਦਾ ਪਾਊਡਰ ਲੈ ਸਕਦੇ ਹੈਗੇ ਔਰ 1 ਚਮਚਾ ਨਾਰੀਅਲ ਦੇ ਪਾਣੀ ਨਾਲ ਲੈਣਾ। ਨਹੀਂ ਤਾਂ ਤੁਸੀਂ ਔਲੇ ਦਾ ਜੂਸ ਵੀ ਯੂਜ਼ ਕਰ ਸਕਦੇ ਹੈਗੇ। ਜੇ ਔਲੇ ਦਾ ਜੂਸ ਯੂਜ਼ ਕਰਨਾ ਤਾਂ ਉਹਦੇ ਵਿੱਚੋਂ ਥੋੜ੍ਹਾ ਜਿਹਾ ਜੀਰਾ ਪਾ ਦੇ ਕਰੋ।
ਉਹ ਆਪਣੇ ਠੀਕ ਕਰ ਦਿੰਦਾ ਜੀ। ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਨਿੰਬ ਦੀਆਂ ਨੰਬੋਲੀਆਂ ਜਿਹੜੀਆਂ ਹੁੰਦੀਆਂ, ਨਿੰਬ ਦੀਆਂ ਨੰਬੋਲੀਆਂ ਦੇ ਪਾਊਡਰ ਤੁਹਾਨੂੰ ਇੱਥੇ ਮਿਲ ਜਾਵੇ ਤਾਂ 10 ਕੁ ਨਿੰਬ ਦੀਆਂ ਨੰਬੋਲੀਆਂ ਦਾ ਪਾਊਡਰ, ਇਹ ਤੁਸੀਂ ਖਾਣ ਲਾ ਜਾਓ। ਇਹਦੇ ਨਾਲ ਵੀ ਸਾਰੀ ਐਸਿਡਿਟੀ ਖਤਮ ਹੋ ਜਾਂਦੀ। ਫਿਰ ਮਲੱਠੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ। ਮਲੱਠੀ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ, ਜਾਂ ਫਿਰ ਰੋਟੀ ਖਾਣੇ 'ਤੇ ਜਾਂ ਰੋਟੀ ਦੇ ਨਾਲ ਤੁਸੀਂ 2 ਕਲੀਆਂ ਲਸਣ ਦੀਆਂ ਚੱਬ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਫਿਰ ਲੌਕੀ ਦਾ ਜੂਸ ਪੀ ਸਕਦੇ ਹੈਗੇ, ਗਾਜਰਾਂ ਦਾ ਜੂਸ ਸਵੇਰ ਨੂੰ ਉੱਠ ਕੇ ਪੀ ਲਓ ਤੜਕੇ, ਇਹ ਸਾਰੇ ਆਪਣੇ ਵਧੀਆ ਚੀਜ਼ ਹੈਗੀ ਜੀ ਆਪਣੇ ਐਸਿਡਿਟੀ ਵਾਸਤੇ। ਜਿਹੜੇ ਖਾਂਸੀ ਵਾਸਤੇ ਕਹਿੰਦੇ ਸੀਗੇ ਜਾਂ ਜਿਨ੍ਹਾਂ ਦੇ ਈਵਨ ਲੰਗਸ ਮਾ ਪਾਣੀ ਵੀ ਪੈਂਦਾ ਹੈਗਾ ਜੀ, ਜਾਂ ਲੰਗਸ ਦੀ ਕੋਈ ਪ੍ਰੋਬਲਮ ਹੈਗੀ ਉਹਨਾਂ ਨੂੰ, ਇਹ ਵਧੀਆ ਚੀਜ਼ ਹੈਗੀ ਜੀ। ਇਹ ਮਗਾਂ, ਕਾਲੀ ਮਿਰਚਾਂ ਅਤੇ ਸੁੰਡ, ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। 1 ਚਮਚਾ ਇਹਦਾ ਅਤੇ 1 ਚਮਚਾ ਸ਼ਹਿਦ ਦਾ, ਦੋਏ ਮਿਕਸ ਕਰਕੇ ਆਪਣੇ ਚੱਟ ਲਿਆ ਕਰੋ। ਜੇ ਜ਼ਿਆਦਾ ਤਕਲੀਫ ਹੈ, ਜਿਹੜੇ ਪਾਣੀ ਵਾਲੇ ਹੈਗੇ, ਜਿਸ ਤਰ੍ਹਾਂ ਕਹਿੰਦੇ ਫਿਰ ਲੰਗਸ ਮਾ ਪਾਣੀ ਹੈਗਾ ਆਉਂਦਾ ਹੈਗਾ, ਉਹ ਉਹਨੇ 2 ਟਾਈਮ ਲੈ ਕਰੇ। ਜੇ ਖਾਂਸੀ ਸਾਨੂੰ ਜ਼ਿਆਦਾ ਹੈਗੀ ਤਾਂ 2 ਟਾਈਮ ਲੈ ਲਓ ਪਹਿਲਾਂ ਹਫ਼ਤਾ ਕੁ, ਫਿਰ 1 ਟਾਈਮ ਕਰਦੇ ਕਰੋ। ਫਿਰ ਤ੍ਰਿਫਲੇ ਪਾਊਡਰ ਲੈ ਕੇ 1 ਚਮਚਾ ਤੁਸੀਂ ਥੋੜ੍ਹਾ 1 ਚਮਚਾ ਸ਼ਹਿਦ ਮਿਲਾ ਕੇ ਚਟਨੀ ਬਣਾ ਕੇ ਉਹ ਤੁਸੀਂ ਸਵੇਰ ਸਾਂਝ ਖਾ ਲਿਆ ਕਰੋ। ਇਹਦੇ ਨਾਲ ਜੇ ਸਾਰੀ ਬਲਗਮ ਜੰਮੀ ਵੀ ਹੈਗੀ ਤਾਂ ਉਹ ਵੀ ਹਟ ਜੂਗੀ। ਇਹ ਮੇਰੀ ਵਾਈਫ ਦੇ ਐਨ ਜਮਾਂ ਤੇ ਠੀਕ ਹੋ ਗਈ ਸੀਗੀ ਜੀ ਤ੍ਰਿਫਲੇ ਪਾਊਡਰ ਨਾਲ। ਅਗਲੇ ਟਿਊਜ਼ਡੇ ਨੂੰ ਕਿਸੇ ਹੋਰ ਲੇਡੀ ਨੇ ਵੀ ਦੱਸਿਆ ਸੀਗਾ ਵੀ ਇਹ ਨੁਕਸਾ ਮੈਂ ਵਰਤਿਆ ਸੀਗਾ ਅਤੇ ਉਹਨੂੰ ਵੀ ਬਹੁਤ ਆਰਾਮ ਆਇਆ ਜੀ ਆਪਣੇ ਖੰਘ ਤੋਂ ਬਲਗਮ ਤੋਂ। ਬੈਕ ਫੀਡ ਵੀ ਇਹੀ ਸੀਗੀ ਇਹ ਚੀਜ਼। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਮਗਾਂ ਲੈਣੀਆਂ ਹੈਗੀਆਂ, ਪਿਪਲਾ ਮੂਲ, ਸੁੰਡ ਅਤੇ ਬਹੇੜਾ, ਇਹ 4 ਚੀਜ਼ਾਂ ਲੈਣੀਆਂ ਜੀ। ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ। 1 ਚਮਚਾ ਇਹਦਾ ਪਾਊਡਰ ਦਾ ਜਿਹੜਾ ਬਣੂਗਾ ਉਹ, ਅਤੇ 1 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਸਵੇਰ ਸਾਂਝ ਖਾ ਲਿਆ ਕਰੋ ਜੀ। ਅਤੇ ਫੇਫੜਿਆਂ ਦਾ ਪਾਣੀ ਹੈ ਤਾਂ ਉਹਦਾ ਤੁਲਸੀ ਵਧੀਆ ਚੀਜ਼ ਹੈਗੀ ਇਹਦੇ ਵਿੱਚੋਂ। ਜਾਂ ਤਾਂ ਇਹ ਤੁਲਸੀ ਦੀ ਬੂੰਦਾਂ ਹੀ ਜਿਹੜੀਆਂ ਹੁੰਦੀਆਂ ਉਹ 4-5 ਬੂੰਦਾਂ ਪਾਣੀ ਦਾ ਗਲਾਸਾਂ ਪਾ ਕੇ ਪੀ ਲਿਆ ਕਰੋ, ਨਹੀਂ ਤਾਂ ਤੁਲਸੀ ਦਾ ਰਸ ਤੁਸੀਂ ਉਹਨੇ ਸਵੇਰ ਸ਼ਾਮ ਪੀ ਲਿਆ ਕਰੋ। ਸ਼ਹਿਦ ਬਹੁਤ ਵਧੀਆ ਚੀਜ਼ ਹੈ ਜੀ ਉਹਨੇ ਲੰਗਸ ਵਾਸਤੇ। ਸ਼ਹਿਦ ਤੁਸੀਂ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚੋਂ। ਜੇ ਚਾਹ ਵੀ ਬਣਾ ਕੇ ਪੀਂਦੇ ਸ਼ਹਿਦ ਪਾ ਲਿਆ ਕਰੋ ਉਹਦੇ ਵਿੱਚ, ਜਾਂ ਤੁਲਸੀ ਦੀ ਚਾਹ ਬਣਾ ਕੇ ਪੀ ਲਿਆ ਕਰੋ। ਤੁਲਸੀ, ਕਾਲੀ ਮਿਰਚਾਂ ਇਹਦੀ ਚਾਹ ਜੀ ਬਣਾ ਕੇ 1 ਅੱਧਾ ਲੌਂਗ ਸਿੱਟ ਲਿਆ ਵਿੱਚੋਂ, 1 ਲਸਣ ਦੀ ਪੋਥੀ ਜੀ ਸਿੱਟ ਲਈ ਵਿੱਚੋਂ, ਅਤੇ ਸ਼ਹਿਦ ਮਿਲਾ ਕੇ ਇਹ ਕਰੋ। ਇਹ ਵੀ ਲੰਗਸ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ ਜੀ। ਅਤੇ ਖਾਂਸੀ ਵਾਸਤੇ ਹੈਗੀ ਤੁਸੀਂ ਉਹਨੇ ਤੁਲਸੀ ਲੈਣੀ ਹੈਗੀ ਸੁੱਕੀ 50 ਗ੍ਰਾਮ, ਹਰੜਾਂ 50 ਗ੍ਰਾਮ ਅਤੇ ਮਿਸ਼ਰੀ 50 ਗ੍ਰਾਮ। ਇਹ ਤੁਸੀਂ ਉਹਨੇ ਅੱਧਾ ਚਮਚਾ ਪਾਊਡਰ ਦਾ, ਅੱਧਾ ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਆਪਣੇ ਸਵੇਰ ਸ਼ਾਮ 2 ਟਾਈਮ ਲੈ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਬਿਸਤਰ 'ਤੇ ਪਿਸ਼ਾਬ ਆਉਂਦਾ ਹੈਗਾ, ਉਹ ਤੁਸੀਂ ਆਪਣੇ 1 ਚੁਟਕੀ ਤੁਸੀਂ 7-8 ਸਾਲ ਦਾ ਬੱਚਾ ਦੱਸਦੇ ਸੀਗੇ, 1 ਚੁਟਕੀ ਜਾਇਫਲ ਦੀ ਅਨਾਰ ਦੇ ਰਸ ਨਾਲ ਉਹਨੂੰ, ਚਾਹੇ ਤਾਂ ਅਨਾਰ ਦਾ ਰਸ ਲੈ ਕੇ 1 ਔਂਸ ਉਹਦੇ ਵਿੱਚ ਮੈਂ ਘੋਲ ਕੇ ਭਾਵੇਂ ਪਿਲਾ ਦੇ ਕਰੋ ਉਹਨੂੰ, ਇਹ ਠੀਕ ਹੋ ਜਾਂਦਾ ਨਹੀਂ। ਜਾਂ ਫਿਰ ਨਹੀਂ ਜਾਇਫਲ ਤੁਹਾਨੂੰ ਮਿਲਦਾ ਤਾਂ ਤੁਸੀਂ ਅਜਵਾਇਨ ਵੀ ਯੂਜ਼ ਕਰ ਸਕਦੇ ਹੈਗੇ, ਅੱਧਾ ਚਮਚਾ ਅਜਵਾਇਨ ਦਾ ਅਨਾਰ ਦੇ ਜੂਸ ਦੇ ਵਿੱਚ ਮਿਕਸ ਕਰਕੇ ਤੁਸੀਂ ਪਿਲਾ ਦੇ ਕਰੋ। ਫਿਰ ਤੁਸੀਂ ਕਾਲੇ ਤਿਲਾਂ ਦੇ ਲੱਡੂ ਇਹ ਬਣਾ ਕੇ ਤੁਸੀਂ ਖਿਲਾ ਸਕਦੇ ਹੈਗੇ ਉਹਨੂੰ। ਫਿਰ ਗੁਲਕੰਦ ਅਤੇ ਆਪਣੇ ਪਪੀਤਾ, ਚਮਚਾ 1.5 ਚਮਚਾ ਗੁਲਕੰਦ ਦਾ ਲੈ ਲਓ, ਪਪੀਤਾ ਲੈ ਲਓ, ਜਿੰਨਾ ਕੁ ਉਹਨੇ ਨਿਆਣੇ ਨੇ ਖਾਣਾ ਹੈਗਾ, 50 ਗ੍ਰਾਮ ਸਮਝ ਲਓ। 1 ਚਮਚਾ ਗੁਲਕੰਦ ਦਾ ਪਾ ਕੇ ਉਹ ਤੁਸੀਂ ਖਿਲਾ ਸਕਦੇ ਹੈਗੇ। ਨਹੀਂ ਤਾਂ ਪਪੀਤੇ ਦੇ ਬੀਜ ਜਿਹੜੇ ਹੁੰਦੇ ਹੈਗੇ ਉਹਨਾਂ ਨੂੰ ਸੁਕਾ ਲੈਣਾ ਹੈਗਾ, ਅੱਧਾ ਚਮਚਾ ਉਹਨਾਂ ਦਾ ਬੀਜਾਂ ਦਾ ਅਤੇ ਅੱਧਾ ਚਮਚਾ ਸ਼ਹਿਦ, ਇਹ ਮਿਕਸ ਕਰਕੇ ਖਿਲਾ ਦੇ ਕਰੋ। ਇਹਦੇ ਨਾਲ ਵੀ ਜਿਹੜਾ ਪਿਸ਼ਾਬ ਆਉਂਦਾ ਬੈਠਦੇ ਉਹ ਆਪਣੇ ਜਿਹੜੇ ਕਹਿੰਦੇ ਸੀਗੇ ਉਹਨੇ ਕੰਨਾਂ ਵਿੱਚੋਂ ਆਵਾਜ਼ਾਂ ਆਉਂਦੀਆਂ ਹੈਗੀਆਂ, ਉਹ ਉਹਨੇ ਕਾਲੀ ਤੁਲਸੀ ਦਾ ਰਸ ਉਹਨੇ ਪਾ ਸਕਦਾ ਜੀ। ਕਾਲੀ ਤੁਲਸੀ ਦੇ ਪੱਤਿਆਂ ਦਾ ਰਸ ਜਿਹਾ ਕੱਢ ਕੇ 2 ਬੂੰਦਾਂ ਪਾ ਲਿਆ ਕਰੋ, ਉਹਦੇ ਨਾਲ ਠੀਕ ਹੋ ਜੂਗਾ। ਜਾਂ ਫਿਰ ਉਹਨੇ 1 ਚਮਚਾ ਪਿਆਜ਼ ਦਾ ਰਸ ਲੈਣਾ ਹੈਗਾ, ਅੱਧਾ ਚਮਚਾ ਗੁਲਾਬ ਜਲ ਇਹਦੇ ਸ਼ੀਸ਼ੀ ਮੈਂ ਪਾ ਕੇ ਉਹਨੇ 2 ਬੂੰਦਾਂ ਇਹ ਤੁਸੀਂ ਉਹਨੇ ਪਾ ਸਕਦੇ ਹੈਗੇ। ਨਹੀਂ ਤਾਂ ਅਦਰਕ ਦਾ ਰਸ ਕੱਢ ਕੇ ਉਹਨੂੰ ਪੁੰਨ ਲਿਓ। ਜੇ ਅਦਰਕ ਦਾ ਰਸ ਕੱਢੋਗੇ ਉਹਨੂੰ ਕੱਪੜੇ ਦੇ ਵਿੱਚ ਉਹਨੂੰ ਪੁੰਨ ਲੈਣਾ ਹੈਗਾ, ਸਵਾਰ ਕੇ ਵੀ ਕੋਈ ਵਿੱਚੋਂ ਧੱਕ ਧੁੱਕ ਜਾਣਾ ਅਦਰਕ ਦਾ ਜਲੇ ਜੀ। ਉਹ ਤੇ ਉਹਨੇ 1 ਚੁਟਕੀ 2 ਚਮਚੇ ਅਦਰਕ ਦਾ ਰਸ ਲੈਣਾ, 1 ਚੁਟਕੀ ਸੇਂਦਾ ਨੂੰ, ਇਹ ਮਿਕਸ ਕਰਕੇ ਇਹ 2 ਬੂੰਦਾਂ ਤੁਸੀਂ ਆਪਣੇ ਕੰਨਾਂ ਪਾ ਲਿਆ ਕਰੋ। ਅਤੇ ਥੋੜ੍ਹੀ ਅੱਧਾ ਚਮਚਾ ਸੁੰਡ ਦਾ ਅਤੇ ਥੋੜ੍ਹਾ ਜਿਹਾ ਗੁੜ, ਇਹ ਮਿਲਾ ਕੇ ਤੁਸੀਂ ਖਾਣਾ ਹੈਗਾ ਜੀ, ਇਹ ਤੁਸੀਂ ਖਾ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਉਹਨੇ ਬਾਹਰ ਰੋਟੀ ਰਾਟੀ ਖਾ ਕੇ ਉਹਨੇ ਜਿਸ ਤਰ੍ਹਾਂ ਖਾ ਕੇ ਹਟਦੇ ਬਾਹਰ ਜਦੀ ਟੋਇਲਟ ਜਾਣਾ ਪੈਂਦਾ ਹੈਗਾ ਉਹਨਾਂ ਨੂੰ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। 100 ਗ੍ਰਾਮ ਧਨੀਆ ਲੈਣਾ ਹੈਗਾ, 25 ਗ੍ਰਾਮ ਕਾਲਾ ਨੂਣ ਜਿਹੜਾ ਹੁੰਦਾ ਜੀ, ਚੌਥਾ ਹਿੱਸਾ ਲੈਣਾ ਕਾਲਾ ਨੂਣ ਜਿੰਨਾ ਤੁਸੀਂ ਉਹਨੇ ਧਨੀਆ ਲਓਗੇ, ਉਹਨੂੰ ਪੀ ਕੇ ਤੁਸੀਂ ਜੇ ਰੋਟੀ ਖਾ ਕੇ ਹਟਦੇ ਤੁਸੀਂ ਉਹਦਾ 1 ਚਮਚਾ ਤੁਸੀਂ ਉਹਨੇ ਲੈ ਲਿਆ ਕਰੋ। ਜਾਂ 1 ਚਮਚਾ ਦੁਪਹਿਰ ਨੂੰ ਲੈ ਲਿਆ, 1 ਚਮਚਾ ਰਾਤ ਨੂੰ ਲੈ ਲਿਆ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਲੈ ਸਕਦੇ ਜੀਰਾ ਅਤੇ ਸੌਂਫ, ਬਰਾਬਰ ਲੈਣੀਆਂ ਹੈਗੀਆਂ। ਇਹਨਾਂ ਨੂੰ ਪਹਿਲਾਂ ਤਵੇ 'ਤੇ ਰੱਖ ਕੇ ਜਾਂ ਫਰਾਈ ਪੈਨ 'ਚ ਪਾ ਕੇ ਥੋੜ੍ਹਾ ਭੁੰਨ ਲੈਣਾ ਹੈਗਾ ਇਹਨਾਂ ਨੂੰ। ਭੁੰਨ ਕੇ ਤੁਸੀਂ ਆਪਣੇ ਉਹਦਾ 1 ਚਮਚਾ ਤੁਸੀਂ ਉਹਨੇ ਖਾ ਲਿਆ ਕਰੋ ਰੋਟੀ ਤੋਂ ਬਾਅਦ, ਇਹ ਚੀਜ਼ਾਂ ਵਧੀਆ ਚੀਜ਼ ਹੈਗੀ। ਜਾਂ ਦਹੀਂ ਦੇ ਵਿੱਚ ਮੈਂ ਕੇਲਾ ਮਿਲਾ ਕੇ ਤੁਸੀਂ ਖਾ ਲਿਆ ਕਰੋ, ਇਹ ਵੀ ਆਪਣੇ ਗੁੱਡ ਚੀਜ਼ ਹੈਗੀ। ਨਹੀਂ ਤਾਂ ਤੁਹਾਨੂੰ ਕੂੜਾ ਛਾਲ ਜਾਂ ਕੂੜਾ ਸੱਕ ਵੀ ਕਹਿੰਦੇ ਹੈਗੇ ਇਹਨੂੰ ਪੰਜਾਬੀ 'ਚ, ਇਹ ਤੁਸੀਂ ਆਪਣੇ 2 ਚਮਚੇ ਇਹਦੇ
ਜੇ ਪਾਊਡਰ ਦਾ ਹੋਊਗਾ ਦਹੀਂ ਦੇ ਵਿੱਚੋਂ ਮਿਲਾ ਕੇ ਖਾਣੇ ਹੈਗੇ। 2 ਚਮਚੇ ਸਵੇਰ ਨੂੰ ਖਾ ਲਿਆ ਕਰੋ, 2 ਚਮਚੇ ਸ਼ਾਮ ਨੂੰ ਖਾ ਲਿਆ ਕਰੋ। ਅਤੇ ਆਪਣੇ ਰੋਟੀ ਦਾ ਥੋੜ੍ਹਾ ਆਪਣੇ ਰੋਟੀ ਨਾ ਖਾਓ ਹਫ਼ਤਾ ਕੁ, ਅਤੇ ਦਹੀਂ ਜ਼ਿਆਦਾ ਖਾਓ। ਦਹੀਂ ਦੇ ਵਿੱਚੋਂ 2 ਵਾਰੀ ਪਾ ਕੇ ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਜਾਂ ਫਲ ਫਰੂਟ ਖਾ ਲਓ ਥੋੜ੍ਹੇ, ਰੋਟੀ 'ਤੇ ਥੋੜ੍ਹਾ ਪਰਹੇਜ਼ ਰੱਖ ਲਓ ਵੀਕ। ਜਾਂ ਫਿਰ ਤੁਸੀਂ ਆਂਡੇ ਲੈ ਸਕਦੇ ਹੈਗੇ। ਤੁਸੀਂ 4-5 ਚਮਚੇ ਤੁਸੀਂ ਅਨਾਜ 4-5 ਚਮਚੇ ਕਿ ਜਿੰਨਾ ਤੁਸੀਂ ਅਨਾਜ ਦਾ ਜੂਸ ਪੀਣਾ ਹੈਗਾ, ਉਹਦੇ ਵਿੱਚ ਮੈਂ 1 ਚੁਟਕੀ ਨਟਮੈਗ ਦੀ ਮਿਲਾਉਣੀ ਹੈਗੀ ਅਤੇ 1 ਚੁਟਕੀ ਸੁੰਢ ਦੀ ਮਿਲਾਉਣੀ। ਇਹ ਮਿਲਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਹੈ। ਅਨਾਜ ਦਾ ਜੂਸ ਵੀ ਉਹਨੇ ਪੇਟ ਦੀ ਬਿਮਾਰੀਆਂ ਨੂੰ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਨਹੀਂ ਅਨਾਜ ਦਾ ਜੂਸ ਮਿਲਦਾ ਤਾਂ ਤੁਹਾਨੂੰ ਗਾਜਰਾਂ ਦੇ ਜੂਸ 'ਚ ਆਪਣੇ 1 ਚੁਟਕੀ ਨਟਮੈਗ ਦੀ ਮਿਲਾ ਕੇ ਤੁਸੀਂ ਆਪਣੇ ਪੀ ਲਿਆ ਕਰੋ ਇਹਦੇ ਵਿੱਚ। ਜਾਂ ਫਿਰ ਤੁਸੀਂ ਲੈ ਸਕਦੇ ਹੈ ਗਾਜਰਾਂ ਦੇ ਜੂਸ ਦੇ ਵਿੱਚ ਅੱਧਾ ਚਮਚਾ ਤੁਸੀਂ ਆਪਣੇ ਤੁਲਸੀ ਦਾ ਰਸ ਪਾ ਲਿਆ ਕਰੋ, ਅੱਧਾ ਚਮਚਾ ਆਪਣੇ ਅਦਰਕ ਦਾ ਰਸ, ਗਾਜਰਾਂ ਦਾ 1 ਕੱਪ ਜੂਸ। ਇਹ ਤੁਸੀਂ ਦਿਨ ਮਾ 2 ਵਾਰੀ ਪੀ ਲਿਆ ਕਰੋ। ਇਹਦੇ ਨਾਲ ਵੀ ਤੁਹਾਡੀ ਟਾਇਲਟ ਦੀ ਸਮੱਸਿਆ ਜਿਹੜੀ ਹੱਲ ਹੋ ਜਾਂਦੀ ਹੈ ਜਾਣੇ ਦੀ। ਜਾਂ ਫਿਰ ਤੁਸੀਂ ਆਪਣੇ ਕੱਚੇ ਪਪੀਤੇ ਦੇ ਲੈ ਕੇ ਥੋੜ੍ਹਾ ਕੱਚਾ ਪਪੀਤਾ ਜਿਹੜਾ ਹੁੰਦਾ 100 ਕੁ ਗ੍ਰਾਮ ਲੈ ਕੇ ਉਹਨੂੰ ਪਾਣੀ ਮਾ ਉਬਾਲ ਲੈਣਾ ਹੈਗਾ। ਥੋੜ੍ਹਾ ਜਿਹਾ ਉਬਾਲ ਕੇ ਉਹਨੂੰ ਜਿਸ ਤਰ੍ਹਾਂ ਸਬਜ਼ੀ ਜੀ ਬਣਾਉਂਦੇ ਆਪਾਂ ਇਕੱਲਾ ਪਾਣੀ ਪਾ ਕੇ ਅੱਧਾ ਚਮਚਾ ਵਿੱਚ ਕਾਲਾ ਨੂਣ ਮਿਕਸ ਕਰ ਲਓ। ਇਹਦੇ ਨਾਲ ਵੀ ਬਹੁਤ ਤੁਹਾਨੂੰ ਛੇਤੀ ਆਰਾਮ ਆ ਜਾਊਗਾ ਜੀ। ਕੱਚਾ ਪਪੀਤਾ ਲੈਣਾ। ਪਰ ਜਿਹੜੇ ਕਹਿੰਦੇ ਸੀ ਜਨੇਊ ਵਾਸਤੇ ਕਹਿੰਦੇ ਜਲਨ ਜੀ ਹੁੰਦੀ ਹੈ, ਉਹ 1 ਗਲਾਸ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਦਾ ਲੈ ਲਓ ਤੁਸੀਂ ਗਰਮ ਪਾਣੀ ਦਾ, ਅਤੇ ਉਹਦੇ ਵਿੱਚ ਚਮਚਾ ਕੇ ਤੁਸੀਂ ਆਪਣੇ ਗੰਧਕ ਪਾਊਡਰ ਜਿਹੜਾ ਉਹ ਮਿਲਾ ਲੈਣਾ ਹੈਗਾ ਜੀ, ਮਿਕਸ ਕਰ ਲੈਣਾ ਉਹਦੇ ਵਿੱਚ। ਫਿਰ 1 ਛੋਟਾ ਜਿਹਾ ਕੱਪੜਾ ਲੈ ਕੇ ਉਹ ਪਾਣੀ ਨਾਲ ਭਿਓ ਕੇ ਤੁਸੀਂ ਆਪਣੇ ਜਿੱਥੇ ਆਪਣੇ ਟਕੋ ਜੀ ਕਰਨੀ ਹੈਗੀ ਜਿੱਥੇ ਸਾਰਾ ਜਨੇਊ ਹੈਗਾ। ਇਹਦੇ ਨਾਲ ਵੀ ਆਪਣੇ ਜਿਹੜਾ ਪੇਨ ਘੱਟ ਜਾਂਦਾ ਹੁੰਦਾ ਜੀ ਇਹਦੇ ਨਾਲ। ਜਾਂ ਫਿਰ ਨਹੀਂ ਤਾਂ ਬੇਸਣ ਤਾਂ ਦੱਸਿਆ ਵੀ ਹੈਗਾ, ਤੁਸੀਂ ਬੇਸਣ ਦਾ ਲੇਪ ਜਿਹਾ ਬਣਾ ਕੇ ਮਲ ਲਿਆ ਕਰੋ, ਉਹਦੇ ਵੀ ਚੰਗਾ ਰਹਿੰਦਾ ਹੈਗਾ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਘੱਟ ਆਉਂਦਾ ਹੈਗਾ ਉਹਨਾਂ ਨੂੰ, ਉਹ ਤਾਂ ਤੁਸੀਂ ਆਪਣੇ ਭਖੜਾ ਲੈਣਾ ਹੈਗਾ ਅੱਧਾ। ਜੇ ਬੜੀ ਪ੍ਰੋਬਲਮ ਹੋਵੇ ਤਾਂ ਅੱਧਾ ਪੌਣਾ ਚਮਚਾ ਭਖੜੇ ਦਾ ਲੈਣਾ। 5-6 ਛੋਟੀ ਇਲਾਇਚੀਆਂ ਅਤੇ ਅਨਾਜ ਦੇ ਰਸ ਦੇ ਵਿੱਚੋਂ ਆਪਣੇ ਮਿਕਸ ਕਰਕੇ ਆਪਣੇ ਪੀ ਲਿਆ ਕਰੋ ਜੀ। ਜਾਂ ਫਿਰ ਤੁਸੀਂ ਭਖੜੇ ਦਾ ਚੂਰਨ ਲੈਣਾ ਚਮਚਾ, ਅਸਗੰਧਾ ਦਾ ਅੱਧਾ ਚਮਚਾ, ਅਤੇ ਇਹਨੂੰ ਪਾਣੀ ਮਾ ਉਬਾਲ ਕੇ 1 ਚਮਚਾ ਦੇਸੀ ਘੀ ਦਾ ਮਿਲਾ ਕੇ ਇਹ ਤੁਸੀਂ ਆਪਣੇ ਪੀ ਲਿਆ ਕਰੋ। ਇਹ ਆਪਣੇ ਪਿਸ਼ਾਬ ਆ ਜਾਂਦਾ ਜੀ ਇਹਦੇ ਨਾਲ। ਨਹੀਂ ਤਾਂ ਆਪਣੇ ਜਿਹੜੇ ਖਰਬੂਜੇ ਇਹਨਾਂ ਦੇ ਛਿੱਲਕ ਜਿਹੜੇ ਹੁੰਦੇ ਉਹ ਤੁਸੀਂ ਲੈ ਕੇ ਉਹਨੂੰ ਸੁਕਾ ਕੇ ਰੱਖ ਲਓ। ਤੁਸੀਂ ਜਦ ਵੀ ਤੁਹਾਨੂੰ ਲੋੜ ਪੈਂਦੀ ਹੈਗੀ ਚਮਚਾ 1.5 ਚਮਚਾ ਉਹਦਾ ਪਾਊਡਰ ਜਿਹਾ ਬਣਾ ਲਓ ਛਿਲਕਿਆਂ ਦਾ, 1.5 ਚਮਚੇ ਦਾ ਉਹਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਇਹਦੇ ਨਾਲ ਵੀ ਆਪਣੇ ਪਿਸ਼ਾਬ ਆਉਣ ਲੱਗ ਜਾਂਦਾ ਜੀ। ਜਾਂ ਫਿਰ ਅਰਜਨ ਦਾ ਪਾਊਡਰ ਵੀ ਆਪਣੇ ਵਧੀਆ ਰਹਿੰਦਾ ਜੀ ਇਹਦੇ ਵਿੱਚੋਂ ਜੀ। ਉਹ ਤੁਸੀਂ ਉਹਦੀ ਚਾਹ ਜੀ ਬਣਾ ਕੇ ਅਰਜਨ ਦੇ ਪਾਊਡਰ ਦੀ ਉਹ ਪੀ ਲਿਆ ਕਰੋ। ਜੇ ਤੁਹਾਨੂੰ ਐਂ ਹੋ ਗਿਆ ਜੀ ਹੁਣ ਨਿਕਲਦਾ ਹੀ ਪਿਸ਼ਾਬ, ਤੁਹਾਨੂੰ ਹੋਸਪਿਟਲ ਤੱਕ ਜਾਣੇ ਦੀ ਪ੍ਰੋਬਲਮ ਹੋਵੇ ਜੀ, ਭਾਈ ਹੋਸਪਿਟਲ ਜਾਣਾ ਹੀ ਪੈਣਾ, ਹੁਣ ਆਉਂਦਾ ਹੀ ਨਹੀਂ। ਜਿਹੜਾ ਅਰੰਡੀ ਦਾ ਤੇਲ ਹੁੰਦਾ ਜੀ, ਅਰੰਡੀ ਦਾ ਤੇਲ ਤੁਸੀਂ ਆਪਣੇ ਲੈ ਲੈਣਾ ਹੈਗਾ 4 ਚਮਚੇ ਅਰੰਡੀ ਦਾ ਤੇਲ ਗਰਮ ਪਾਣੀ ਦੇ ਵਿੱਚ ਮਿਕਸ ਕਰਕੇ ਉਹ ਪੀ ਲਓ। ਇਹਦੇ ਨਾਲ ਥਰਾ ਐਨ ਜਮਾਂ ਅਤੇ ਪਿਸ਼ਾਬ ਥਰਾ ਆ ਜਾਊਗਾ ਜੀ। ਇਹਦੇ ਨਾਲ ਹੋਸਪਿਟਲ ਜਾਣੇ ਦੀ ਲੋੜ ਨਹੀਂ ਪੈਂਦੀ ਇਹਦੇ ਨਾਲ। ਅਤੇ ਇਹਦੇ ਵਿੱਚੋਂ ਤੁਸੀਂ 5-6 ਛੋਟੀ ਇਲਾਇਚੀਆਂ ਅਤੇ 2 ਤੇਜ਼ ਪੱਤਰ ਪਾ ਕੇ ਇਹ ਉਬਾਲ ਕੇ ਇਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ। ਇਹਦੇ ਨਾਲ ਠੀਕ ਹੋ ਜਾਂਦਾ। ਜਾਂ ਫਿਰ ਤੁਸੀਂ ਔਲੇ ਦਾ ਚੂਰਨ ਲੈਣਾ ਹੈਗਾ ਚਮਚਾ ਕੁ ਸਮਝ ਲਓ, ਔਲੇ ਦਾ ਚੂਰਨ ਲੈ ਲਓ। ਕਲਮੀ ਸ਼ੋਰਾ ਹੁੰਦਾ 2 ਚੁਟਕੀਆਂ ਉਹਦੇ ਵਿੱਚ ਮਿਕਸ ਕਰਕੇ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਦਾ ਲੇਪ ਜਿਹਾ ਬਣਾ ਲੈਣਾ ਹੈਗਾ। ਤੁਸੀਂ ਲੇਪ 'ਚ ਬਣਾ ਕੇ ਤੁਸੀਂ ਧੁੰਨੀ ਦੇ ਵਿੱਚ ਪਾ ਲੈਣਾ ਅਤੇ ਧੁੰਨੀ ਦੇ ਆਲੇ ਦੁਆਲੇ ਆਪਣੇ ਮਲ ਲੈਣਾ ਹੈਗਾ। ਇਹਦਾ 1 ਚਮਚੇ ਨਾਲ ਇਹ ਸਾਜੂਗਾ। 1 ਚਮਚੇ ਦੀ ਬਹੁਤ ਹੈ। 1 ਚਮਚੇ ਦਾ ਔਲੇ ਦਾ ਪਾਊਡਰ ਅਤੇ 1 ਚੁਟਕੀ ਸਮਝ ਲਓ ਵਿੱਚ ਕਲਮੀ ਸ਼ੋਰਾ, ਇਹਦਾ ਲੇਪ ਜਿਹਾ ਬਣਾ ਕੇ ਧੁੰਨੀ ਦੇ ਉੱਤੇ ਮਲ ਲਓ। ਇਹ ਪਿਸ਼ਾਬ ਨੂੰ ਖੋਲ੍ਹ ਦਿੰਦਾ ਹੈਗਾ ਜੀ। ਬਾਕੀ ਉਹਨੇ ਸ਼ਲਗਮ ਵੀ ਤੁਸੀਂ ਯੂਜ਼ ਕਰਦੇ ਨੇ, ਮੂਲੀ ਅਤੇ ਸ਼ਲਗਮ ਇਹ 2 ਖਾਇਆ ਕਰੋ ਜ਼ਿਆਦਾ। ਇਹਦੇ ਨਾਲ ਵੀ ਥੋੜ੍ਹਾ ਆਪਣੇ ਪਿਸ਼ਾਬ ਬਣਦਾ ਰਹਿੰਦਾ ਹੈਗਾ ਜੀ। ਜਾਂ ਫਿਰ ਚੌਲਾਂ ਦੀ ਪਿੱਛ ਦੇ ਵਿੱਚ ਚੌਲ ਜਿਹੜੇ ਬਣਾਉਂਦੇ ਉਹਦਾ ਪਾਣੀ ਜਿਹੜਾ ਹੁੰਦਾ ਆਪਾਂ ਉਹਦੇ ਵਿੱਚ ਤੁਸੀਂ ਨਿੰਬੂ ਅਤੇ ਥੋੜ੍ਹਾ ਜਿਹਾ ਲੂਣ ਪਾ ਕੇ ਉਹ ਪੀ ਲਿਆ ਕਰੋ। ਉਹ ਵੀ ਪਿਸ਼ਾਬ ਨੂੰ ਖੋਲ੍ਹ ਦਿੰਦਾ ਹੈਗਾ ਜੀ। ਜਿਹੜੇ ਪਿਛਲੇ ਦੇ ਬਵਾਸੀਰ ਹੈਗੀ, ਬਵਾਸੀਰ ਦੇ ਵਿੱਚ ਤੁਸੀਂ ਨਿੰਬ ਦੇ ਬੀਜ ਲੈਣੇ ਹੈਗੇ, ਕਪੂਰ ਲੈਣਾ ਹੈਗਾ ਮਸ਼ਕਪੂਰ, ਰਸੌਂਤ 10-10 ਗ੍ਰਾਮ 3 ਚੀਜ਼ਾਂ ਲੈ ਲਈਆਂ ਹੈਗੀਆਂ। ਨਿੰਬ ਦੇ ਬੀਜ, ਮਸ਼ਕਪੂਰ ਅਤੇ ਰਸੌਂਤ ਇਹ ਤੁਸੀਂ ਕੁੱਟ ਕੇ ਉਹਨੇ ਬਰੀਕ ਕਰ ਲੈਣੀ ਹੈਗੀ, ਪਾਊਡਰ ਬਣਾ ਲੈਣਾ ਇਹਦਾ। ਅਤੇ ਅੰਦਾਜ਼ੇ ਨਾਲ ਤੁਸੀਂ ਕੁਆਰ ਦਾ ਗੁੱਦਾ ਲੈ ਕੇ ਉਹਦੀ ਮੱਲਮ ਜੀ ਬਣਾ ਲੈਣੀ ਹੈਗੀ। ਮੱਲਮ ਬਣਾ ਕੇ ਤੁਸੀਂ ਉਹ ਮੌਕਿਆਂ 'ਤੇ ਲਗਾਓ। ਇਹ ਸਾਰੀ ਆਪਣੇ ਬਵਾਸੀਰ ਹੈ ਜਿਹੜੀ ਐਨ ਹਟ ਜੂਗੀ, ਗਲੇ ਮੁੜ ਕੇ ਦੁਬਾਰਾ ਵੀ ਨਹੀਂ ਹੁੰਦੀ ਇਹਦੇ ਨਾਲ। ਤੇ ਨਵਾਂ ਨੁਕਸਾ ਕੱਢਿਆ ਜੀ ਇਹ ਬਹੁਤ ਵਧੀਆ। ਫਿਰ ਅਮਰੂਦ ਇਹਦੇ ਵਿੱਚ ਖਾ ਸਕਦੇ ਹਾਂ। ਅਮਰੂਦ ਤੁਸੀਂ ਰੋਜ਼ ਖਾਓ। ਫਿਰ ਅਨਾਜ ਦੇ ਛਿੱਲਕ ਜਿਹੜੇ ਹੁੰਦੇ ਆ ਤੁਸੀਂ ਉਹਨਾਂ ਨੂੰ ਸੁਕਾ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਲਓ। ਫਿਰ ਚੁਕੰਦਰ ਤੁਸੀਂ ਖਾਓ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਉਹਨੇ ਸੌਂਤ ਲੈਣੀ ਹੈਗੀ 50 ਗ੍ਰਾਮ, ਭੂਰੀ ਮਿਰਚ ਜਿਹੜੀ ਹੁੰਦੀ ਹੈ ਉਹ 50 ਗ੍ਰਾਮ ਲੈਣੀ ਹੈਗੀ, ਅਤੇ ਮੂਲੀ ਦਾ ਰਸ ਪਾ ਕੇ ਅੰਦਾਜ਼ੇ ਨਾਲ ਤੁਸੀਂ ਇਹਨੂੰ ਐਨ ਪਤਲਾ ਜਿਹਾ ਬਣਾ ਲੈਣਾ ਹੈਗਾ। ਅਤੇ ਫਿਰ ਇਹਨੂੰ ਫਰਾਈ ਪੈਨ 'ਚ ਪਾ ਕੇ ਉਬਾਲਣਾ ਹੈਗਾ ਜੀ।
ਜਦ ਐਨ ਗਾੜਾ ਜਿਹਾ ਹੋ ਜਾਵੇ ਇਹ, ਫਿਰ ਇਹਦੀ ਗੋਲੀਆਂ ਵੱਟ ਲਓ ਤੁਸੀਂ ਛੋਲਿਆਂ ਦੇ ਦਾਣੇ ਜਿਹਦੀਆਂ, ਤੇ 2 ਗੋਲੀਆਂ ਤੁਸੀਂ ਆਪਣੇ ਸਵੇਰ ਨੂੰ ਲੈ ਲਿਆ ਕਰੋ। ਇਹਦੇ ਨਾਲ ਵੀ ਆਪਣੇ ਜਿਹੜੀ ਸਾਰੀ ਬਵਾਸੀਰ ਠੀਕ ਹੋ ਜਾਂਦੀ। ਫਿਰ ਨਾਰੀਅਲ ਦੇ ਜਿਹੜੇ ਨਾਰੀਅਲ ਜੁੱਟ ਹੁੰਦਾ ਜਿਹੜਾ ਸਾਬਤਾ, ਜਿਹਦੇ ਉੱਤੇ ਬਾਲ ਜਿਹੇ ਹੁੰਦੇ ਹੈਗੇ, ਇੱਥੇ ਤਾਂ ਹਿੰਦੂਆਂ ਦੀ ਸਟੋਰਾਂ 'ਚ ਮਿਲ ਜੂਗਾ, ਜਿੱਥੇ ਪੂਜਾ ਪਾਜਾ ਜੀ ਕਰਦੇ ਉੱਧਰ ਵਧੀਆ ਉੱਥੇ ਮਿਲ ਜਾਂਦਾ ਹੁੰਦਾ ਜੀ। ਤੇ ਉਹਨੇ ਉਹਦੇ ਵਿੱਚੋਂ ਤੁਸੀਂ ਨਾਰੀਅਲ ਦੇ ਉਹਦੇ ਬਾਲ ਜੇ ਲਾ ਕੇ ਉਹਦੀ ਸਵਾਹ ਕਰ ਲੈਣੀ ਹੈਗੀ, ਤੇ 1 ਚਮਚਾ ਤੁਸੀਂ ਉਹਦਾ ਤੇ 1 ਚਮਚਾ ਮਿਸ਼ਰੀ ਦਾ, ਇਹ ਮਿਲਾ ਕੇ ਤੁਸੀਂ ਖਾਣਾ ਹੈਗਾ ਜੀ। ਜੇ ਜ਼ਿਆਦਾ ਹੀ ਹੈਗਾ ਤਾਂ ਆਪਣੇ 2 ਚਮਚੇ ਵੀ ਕਰ ਸਕਦੇ ਹੈਗੇ। 1 ਸਵੇਰ ਨੂੰ ਕਰ ਲਿਆ ਕਰੋ, 1 ਚਮਚਾ ਸ਼ਾਮ ਨੂੰ ਕਰ ਲਿਆ ਕਰੋ। ਸ਼ੂਗਰ ਮਿਲਾ ਕੇ ਖਾ ਲਓ, ਮਿਸ਼ਰੀ ਮਿਲਾ ਕੇ ਖਾ ਲਓ, ਇਹ ਵਧੀਆ ਚੀਜ਼ ਹੈਗੀ। ਤੇ ਇਹੀ ਫਾਰਮੂਲਾ ਆਪਣੇ ਜਿਹਨਾਂ ਨੂੰ ਮੰਥਲੀ ਪੀਰੀਅਡ ਬਹੁਤ ਜ਼ਿਆਦਾ ਹੁੰਦਾ ਹੈਗਾ, ਲੇਡੀਜ਼ ਵੀ ਖੂਨ ਬੰਦ ਨਹੀਂ ਹੁੰਦਾ, ਉਹ ਤੁਸੀਂ ਇਹੀ ਯੂਜ਼ ਕਰ ਲਿਆ ਕਰੋ, ਉਹਨੂੰ ਵੀ ਇਹ ਫਾਇਦਾ ਕਰ ਦੂਗਾ ਜੀ। ਫਿਰ ਇਹਦੇ ਵਿੱਚੋਂ ਤੁਸੀਂ ਤਾਰੇ ਮੇਰੇ ਦਾ ਤੇਲ ਲੈਣਾ ਹੈਗਾ 20 ਗ੍ਰਾਮ, ਗਲੈਸਰੀਨ ਲੈਣੀ ਹੈਗੀ 10 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਆਪਣੇ ਮੌਕਿਆਂ ਦੇ ਉੱਤੇ ਲਗਾਓ। ਇਹ ਆਪਣੇ ਤੁਹਾਨੂੰ ਲਗਾਉਂਦੇ ਹੀ ਆਪਣੇ 2 ਦਿਨ ਇੱਕ ਦਿਨ ਵਿੱਚ ਪਹਿਲੇ ਦਿਨ ਤੁਹਾਨੂੰ ਫਰਕ ਪਤਾ ਲੱਗ ਜੂਗਾ ਜੀ ਵੀ ਹਾਂ ਮੇਰੇ ਠੀਕ ਲੱਗੇ ਹੋਣ। ਐਨ 2 ਵੀਕਾਂ ਲਗਾਤਾਰ ਤੁਸੀਂ ਲਗਾਓ, ਮੌਕੇ ਜਮ੍ਹਾਂ ਤੇ ਆਪਣੇ ਅੰਦਰ ਚਲੇ ਜਾਂਦੇ ਜੀ। ਪੱਕੀ 100% ਗਰੰਟੀ ਹੈ ਜੀ। ਆਪ ਅਸੀਂ ਆਪਣੇ ਘਰ ਵਰਤਿਆ ਹੈਗਾ ਜੀ ਇਹਦੇ ਵਿੱਚੋਂ। ਫਿਰ ਜੇ ਤੁਸੀਂ ਉਹਨੇ ਫਿੱਗ ਜਿਹੜੇ ਹੁੰਦੇ ਆ ਅੰਜੀਰ ਫਿੱਗ, ਉਹ ਤੁਸੀਂ 2-3 ਅੰਜੀਰ ਸਵੇਰ ਨੂੰ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਖਾ ਲਓ ਤੇ ਪਾਣੀ ਪੀ ਲੈਣਾ ਹੈਗਾ, ਤੇ 2 ਸਵੇਰ ਨੂੰ ਰੱਖ ਦਿਓ ਤੇ ਰਾਤ ਨੂੰ ਪਾਣੀ ਪੀ ਲਓ ਤੇ ਅੰਜੀਰ ਖਾ ਲਓ। ਇਹਦੇ ਨਾਲ ਵੀ ਉਹਨੇ ਫਿੱਗ ਜਿਹੜੇ ਉਹਨੇ ਬਵਾਸੀਰ ਨੂੰ ਹਟਾਉਣੇ ਬਹੁਤ ਮਦਦ ਕਰਦੇ ਜੀ। ਗਲੇ ਦੇ ਨਾਲ ਤੁਹਾਨੂੰ ਕਬਜ਼ ਵੀ ਦੂਰ ਹੋ ਜੂਗੀ ਇਹਦੇ ਨਾਲ, ਫਿਰ ਥੋੜਾ ਜ਼ੋਰ ਵੀ ਘੱਟ ਲੱਗੂਗਾ ਤੇ ਖੂਨ ਵੀ ਘੱਟ ਆਊਗਾ ਜੇ ਕਬਜ਼ ਸਾਰੀ ਖੁੱਲ੍ਹ ਗਈ ਤਾਂ। ਫਿਰ ਮੇਥੀ ਦੀ ਸਬਜ਼ੀ ਇਹਦੇ ਵਿੱਚੋਂ ਚੰਗੀ ਰਹਿੰਦੀ, ਮੇਥੀ ਦੀ ਸਬਜ਼ੀ ਤੁਸੀਂ ਖਾਓ ਜ਼ਿਆਦਾ। ਫਿਰ ਨਹੀਂ ਤਾਂ ਜੇ ਨਹੀਂ ਹੋਰ ਕੁਛ ਮਿਲਦਾ ਤਾਂ ਤੁਸੀਂ ਰਾਈ ਦੇ ਤੇਲ ਲਗਾ ਲਿਆ ਕਰੋ ਮੌਕਿਆਂ ਦੇ ਉੱਤੇ, ਉਹ ਵੀ ਨਾਲੋਂ ਬੈਟਰ ਚੀਜ਼ ਹੈਗੀ ਜੀ ਉਹਨੇ। ਨਹੀਂ ਹੋਰ ਕੁਛ ਮਿਲਦਾ ਤੁਸੀਂ ਜੀਰਾ ਤੇ ਕੁਜਾ ਮਿਸ਼ਰੀ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹੀ ਖਾ ਲਿਆ ਕਰੋ। ਦਹੀਂ ਦਾ ਜ਼ਿਆਦਾ ਯੂਜ਼ ਕਰਨਾ ਤੁਸੀਂ, ਦਹੀਂ ਜ਼ਿਆਦਾ ਯੂਜ਼ ਕਰ ਲਿਆ ਕਰੋ ਇਹਦੇ ਵਿੱਚ। ਜਿਹੜੇ ਕਹਿੰਦੇ ਸੀਗੇ ਲੀਵਰ ਦੇ ਵਿੱਚੋਂ ਸੋਜ ਹੈਗੀ ਜਾਂ ਲੀਵਰ ਮੋਟਾ ਹੋ ਗਿਆ ਜਾਂ ਫੈਟੀ ਹੋ ਗਿਆ, ਜੋ ਕੁਛ ਵੀ ਹੈਗਾ ਉਹ, ਇਹਦਾ ਮੇਥੀ ਦਾ ਤੁਸੀਂ ਆਪਣੇ ਜਿਹੜੀ ਹਰੀ ਮੇਥੀ ਹੁੰਦੀ ਹੈ ਘਰ ਮੇਥੇ ਜਿਹੜੇ ਆਪਾਂ ਗਾਰਡਨ ਵਿੱਚ ਬੀਜਦੇ ਮੇਥੀ, ਉਹਦਾ ਜੂਸ ਜਿਹਾ ਕੱਢ ਕੇ ਥੋੜ੍ਹਾ ਜਿਹਾ ਪੀਣ ਲੱਗ ਜਾਓ। ਇਹ ਬਹੁਤ ਛੇਤੀ ਅੱਧਾ ਕੱਪ ਪੀ ਲਿਆ ਕਰੋ, ਵਧੀਆ ਚੀਜ਼ ਹੈਗੀ ਜੀ। ਨਹੀਂ ਤਾਂ ਸਟੋਰਾਂ 'ਚ ਮੇਥੀ ਤਾਂ ਮਿਲ ਜਾਂਦੀ ਹੈਗੀ ਆ। ਜੇ ਜ਼ਿਆਦਾ ਤਕਲੀਫ ਹੈ ਤਾਂ 2 ਟਾਈਮ ਵੀ ਪੀ ਸਕਦੇ ਹੈਗੇ, ਇਹਦੇ ਕੋਈ ਬੁਖਾਰ ਤਾਂ ਹੈ ਨਹੀਂ ਹੈਗਾ ਮੇਥੀ ਦਾ। ਜਾਂ ਫਿਰ ਤੁਸੀਂ ਉਹਨੇ ਥੋੜ੍ਹੇ ਜਿਹੇ ਉਹਨੇ ਪੁਦੀਨੇ ਦੇ ਪੱਤੇ ਜਿਹੜੇ ਹੁੰਦੇ ਉਹ ਪਾਣੀ ਉਬਾਲ ਕੇ ਜਿਸ ਤਰ੍ਹਾਂ ਚਾਹ ਬਣਾਉਂਦੇ ਉਹਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਲੌਕੀ ਦਾ ਜੂਸ ਜਿੰਨਾ ਤੁਸੀਂ ਪੀਣਾ ਹੈਗਾ ਅੱਧਾ ਕੱਪ ਤਾਂ ਪੀਓਗੇ ਘੱਟੋ ਘੱਟ। ਉਹਦੇ ਵਿੱਚ ਮੈਂ ਥੋੜ੍ਹਾ ਧਨੀਏ ਦਾ ਰਸ 2 ਚਮਚੇ ਮਿਲਾ ਲਓ, 1-2 ਚਮਚਾ, ਅੱਧਾ ਚਮਚਾ ਹਲਦੀ ਦਾ ਮਿਲਾ ਲਓ, ਅਤੇ ਇਹਦੇ ਵਿੱਚ ਤੁਸੀਂ ਨੂਣ ਪਾ ਸਕਦੇ ਹੈਗੇ ਆਪਣੇ ਟੇਸਟ ਦੇ ਮੁਤਾਬਕ। ਜਾਂ ਜੇ ਤੁਹਾਨੂੰ ਇੱਥੇ ਗਲੋਹ ਦਾ ਰਸ ਮਿਲਦਾ ਹੈਗਾ 2-3 ਚਮਚੇ ਤੁਸੀਂ ਗਲੋਹ ਦਾ ਰਸ ਇਹ ਮਿਕਸ ਕਰਕੇ ਪੀਣ ਲੱਗ ਜਾਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਆਪਣੇ ਲੀਵਰ ਵਾਸਤੇ। ਨਹੀਂ ਤਾਂ ਆਪਣੇ ਪਾਣੀ ਦੇ ਵਿੱਚੋਂ ਤੁਸੀਂ ਆਪਣੇ ਇੱਕ ਤਕਲੀਫ ਜ਼ਿਆਦਾ ਹੀ ਲੱਗਦੀ ਸੀਗੀ ਉਹਨੂੰ ਭਾਈ ਨੂੰ ਲੱਗਦਾ ਜੇ ਲੀਵਰ ਦੇ ਪੁੱਛਦੇ ਸੀਗੇ, ਉਹ ਉਹਨੇ 1 ਮੁੱਠੀ ਤੁਸੀਂ ਸੌਗੀ ਦੀ ਲੈ ਕੇ ਰਾਤ ਨੂੰ ਪਾਣੀ ਨਾਲ ਭਿਓ ਲੈਣੀ ਹੈਗੀ, ਤੇ ਉਹ ਸਵੇਰ ਨੂੰ ਉੱਠ ਕੇ ਪਾਣੀ ਪੀ ਲੈਣਾ ਹੈਗਾ ਤੇ ਉਹਨੇ ਸੌਗੀ ਖਾ ਲੈਣੀ ਹੈਗੀ। ਇਹਦੇ ਨਾਲ ਵੀ ਬਹੁਤ ਛੇਤੀ ਆਰਾਮ ਆਊਗਾ ਜੀ ਸਾਡੇ ਆਪਣੇ ਲੀਵਰ ਨੂੰ। ਨਹੀਂ ਤਾਂ ਥੋੜ੍ਹੀ ਮਲੱਠੀ ਵੀ ਤੁਸੀਂ ਲੈ ਸਕਦੇ, ਮਲੱਠੀ ਦਾ ਪਾਊਡਰ ਬਣਾ ਲਓ ਤੇ ਥੋੜ੍ਹੀ ਸੌਂਫ ਤੇ ਥੋੜ੍ਹੀ ਇਲਾਇਚੀ, ਛੋਟੀ ਇਲਾਇਚੀਆਂ, ਇਹ ਮਿਕਸ ਕਰਕੇ ਰੱਖ ਕੇ ਤੁਸੀਂ ਅੱਧਾ ਚਮਚਾ ਸਵੇਰ ਨੂੰ ਖਾ ਲਿਓ, ਅੱਧਾ ਚਮਚਾ ਸ਼ਾਮ ਨੂੰ ਖਾ ਲਓ। ਇਹ ਵੀ ਲੀਵਰ ਵਾਸਤੇ ਵਧੀਆ ਚੀਜ਼ ਹੈਗੀ। ਜੇ ਕੋਈ ਇੰਡੀਆ ਹੈਗਾ ਭਾਈ ਇਸੀ ਵਿੱਚ ਤਾਂ ਉੱਥੇ ਤੁਹਾਨੂੰ ਬੂਟੀ ਪੀਲਕ ਮਿਲ ਜੂਗੀ, ਪੀਲਕ ਬੂਟੀ ਤੁਹਾਨੂੰ ਪਸਾਰੀਆਂ ਤੋਂ ਉੱਥੇ ਮਿਲ ਜੂਗੀ। ਜਿਹੜਾ ਕਈ ਤਾਂ ਪਿੰਡਾਂ ਵੀ ਲੋਕ ਜਾਣਦੇ ਹੋਵੇ ਸ਼ਾਇਦ ਇਹਨਾਂ ਨੂੰ, ਉਹ ਤੁਸੀਂ ਉਹਨੇ 2 ਚਮਚੇ ਦਾ ਕਾੜਾ ਜਿਹਾ ਬਣਾ ਕੇ ਪੀ ਲਓ, ਇਹਦੇ ਨਾਲ ਵੀ ਸਾਰਾ ਲੀਵਰ ਉਹਨੇ ਛੇਤੀ ਠੀਕ ਹੋ ਜੂਗਾ ਜੀ। ਅੱਗੇ ਚੱਲਦੇ ਹੈਗੇ ਜਿਹੜਾ ਬਾਕੀ ਗਾਜਰਾਂ ਦਾ ਜੂਸ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ ਲੀਵਰ ਵਾਲਿਆਂ ਨੂੰ। ਗਾਜਰਾਂ ਦਾ ਜੂਸ ਤੁਸੀਂ ਆਪਣੇ ਅੱਧਾ ਚਮਚਾ ਹਲਦੀ ਦਾ ਪਾ ਕੇ ਉਹ ਤੁਸੀਂ ਲੈ ਸਕਦੇ, ਨਹੀਂ ਤਾਂ ਦਹੀਂ ਦੇ ਵਿੱਚੋਂ ਹਲਦੀ ਪਾ ਕੇ ਲੈ ਸਕਦੇ ਹੈਗੇ। ਗ੍ਰੇਪ ਫਰੂਟ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਇਹ ਫਿਰ ਕਲੌਂਜੀ ਵਧੀਆ ਰਹਿੰਦੀ ਹੈਗੀ, ਤੁਸੀਂ ਕਲੌਂਜੀ ਲੈ ਸਕਦੇ ਹੈਗੇ ਇਹਦੇ ਵਿੱਚ। ਬਾਕੀ ਜਿਹੜੇ ਕਹਿੰਦੇ ਸੀਗੇ ਆਪਣੇ ਢੂਹੀ ਦੇ ਵਿੱਚੋਂ ਦਰਦ ਹੁੰਦਾ ਹੈਗਾ, ਕਮਰ ਦਰਦ, ਉਹਦੇ ਵਾਸਤੇ ਤੁਸੀਂ ਆਪਣੇ ਅਰੰਡੀ ਦੇ ਬੀਜਾਂ ਦੀ ਗਿਰੀ ਲੈਣੀ ਹੈਗੀ 2-3 ਚਮਚੇ, ਤੇ ਦੁੱਧ ਦੇ ਵਿੱਚੋਂ ਤੁਸੀਂ ਉਬਾਲ ਕੇ ਇਹ ਆਪਣੇ ਪੀ ਲਿਆ ਕਰੋ ਜੀ, ਇਹਦੇ ਨਾਲ ਫਰਕ ਪੈ ਜਾਊਗਾ। ਲਸਣ ਤੁਸੀਂ ਦੁੱਧ ਮਾ ਉਬਾਲ ਕੇ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਉਹਨੇ ਕੁਆਰ ਦਾ ਗੁੱਦਾ ਤੁਸੀਂ ਉਹਨੇ ਇਹਦੇ ਲੱਡੂ ਜਿਹੇ ਬਣਾ ਕੇ ਤੁਸੀਂ ਕੁਆਰ ਦੇ ਲੱਡੂ ਜਿਹੇ ਬਣਾ ਕੇ ਇਹ ਵੀ ਖਾ ਸਕਦੇ ਹੈਗੇ। ਥੋੜ੍ਹੀ ਜਿਹੀ ਲੱਡੂ ਬਣਾਓਗੇ ਥੋੜ੍ਹਾ ਵਿੱਚੋਂ ਸ਼ਹਿਦ ਪਾ ਸਕਦੇ ਜਾਂ ਲੱਡੂ ਦੇ ਬਟਨੇ ਨੂੰ ਤੁਸੀਂ ਆਪਣੇ ਸੁੰਡ ਵੀ ਵਿੱਚੋਂ ਪਾ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਜਾਂ ਫਿਰ 100 ਗ੍ਰਾਮ ਤੁਸੀਂ ਖਸਖਸ ਤੇ ਆਪਣੇ 100 ਗ੍ਰਾਮ ਮਿਸ਼ਰੀ ਇਹ ਮਿਲਾ ਕੇ ਤੁਸੀਂ ਆਪਣੇ ਖਾ ਲਿਆ ਕਰੋ ਜੀ। ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਤਿਲ 30 ਗ੍ਰਾਮ ਜਿਹਨਾਂ ਦੇ ਢੂਹੀਆਂ ਦਾ ਦਰਦ ਹੁੰਦਾ ਹੈ, ਗੋਡਿਆਂ ਦਾ ਦਰਦ ਹੁੰਦਾ, ਤਿਲ 30 ਗ੍ਰਾਮ, ਸੂਰਜਮੁਖੀ ਦੇ ਬੀਜ 30 ਗ੍ਰਾਮ, ਅਲਸੀ 30 ਗ੍ਰਾਮ,
ਮਗਜ਼ 30 ਗ੍ਰਾਮ, ਬਦਾਮ 30 ਗ੍ਰਾਮ, ਮਖਾਣੇ ਫੁੱਲ ਮਖਾਣੇ 30 ਗ੍ਰਾਮ, ਕਿੱਕਰ ਦੀ ਗੋਂਦ 30 ਗ੍ਰਾਮ, ਸੌਂਫ 30 ਗ੍ਰਾਮ। ਇਹ ਗੋਂਦ ਅਤੇ ਮਖਾਣੇ ਇਹਨਾਂ ਨੂੰ ਉਹਨੇ ਭੁੰਨ ਲੈਣਾ ਹੈਗਾ ਘੀ ਦੇ ਵਿੱਚ ਪਾ ਕੇ, ਅਤੇ ਉਹਨੇ ਬਾਕੀ ਜਿਹੜੀ ਚੀਜ਼ਾਂ ਉਹ ਤੁਸੀਂ ਉਹ ਰੋਸਟ ਕਰ ਲੈਣੀਆਂ ਹੈਗੀਆਂ ਉਹਦੇ ਵਿੱਚ ਪਾ ਕੇ, ਅਤੇ ਫਿਰ ਮਿਕਸ ਕਰਕੇ ਤੁਸੀਂ ਆਪਣੇ 1 ਚਮਚਾ ਰੋਜ਼ ਖਾ ਲਿਆ ਕਰੋ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਯੋਗਰਾਜ ਗੂਗਲ ਦੀਆਂ ਤੁਸੀਂ ਗੋਲੀਆਂ ਮਿਲ ਜਾਂਦੀਆਂ ਜੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਫਿਰ ਗ੍ਰੀਨ ਟੀ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਿੱਚੋਂ, ਗ੍ਰੀਨ ਟੀ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 10 ਗ੍ਰਾਮ ਖਸਖਸ ਅਤੇ 10 ਗ੍ਰਾਮ ਕਾਲੀ ਮਿਰਚਾਂ, ਇਹ ਮਿਕਸ ਕਰਕੇ ਰੱਖ ਲਓ। 1 ਚਮਚਾ ਤੁਸੀਂ ਆਪਣੇ ਦੁੱਧ ਦੇ ਨਾਲ ਲੈ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈ ਥੋੜ੍ਹਾ ਜਿਹਾ ਰਾਈ ਥੋੜ੍ਹੀ ਲੈਣੀ ਹੈ, ਤਿਲ ਅਤੇ ਮੁਸ਼ਕਪੂਰ, ਇਹ ਸਰੋਂ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਚਾਹੇ ਤਾਂ ਉਬਾਲ ਲਓ ਇਹਨਾਂ ਨੂੰ ਰਾਈ ਅਤੇ ਤਿਲਾਂ ਨੂੰ, ਉਹਦਾ ਤੇਲ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਬਾਕੀ ਉਹਨੇ ਲਕੋਰੀ ਵਾਸਤੇ ਪੁੱਛੇ 2-3 ਵੀਕਾਂ ਹੋ ਗਈਆਂ, ਉਹ ਉਹਨੇ ਸਾਬਤ ਜਿਹੜੀ ਮੂੰਗੀ ਹੁੰਦੀ ਹੈ ਜੀ ਉਹਨਾਂ ਨੂੰ ਪੀਹ ਕੇ ਤੁਸੀਂ ਆਪਣੇ ਆਟਾ ਬਣਾ ਲੈਣਾ ਹੈਗਾ, ਅਤੇ ਘੀ ਪਾ ਕੇ ਜਿਸ ਤਰ੍ਹਾਂ ਆਪਾਂ ਪੰਜੀਰੀ ਜੀ ਬਣਾਉਂਦੇ ਹੈਗੇ, ਘੀ ਪਾ ਕੇ ਉਹਨੂੰ ਭੁੰਨ ਕੇ ਆਟੇ ਨੂੰ ਵਿੱਚੋਂ ਮਿਸ਼ਰੀ ਮਿਲਾ ਕੇ ਉਹ ਤੁਸੀਂ 2-2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਖਾ ਲਿਆ ਕਰੋ। ਇਹਦੇ ਨਾਲ ਸਾਰਾ ਲਕੋਰੀਆ ਠੀਕ ਹੋ ਜਾਂਦਾ ਜੀ। ਬਾਕੀ ਨਹੀਂ ਤਾਂ ਔਲੇ ਦੇ ਜੂਸ ਜਾਂ ਨਹੀਂ ਤਾਂ ਔਲੇ ਦਾ ਪਾਊਡਰ, ਜੇ ਔਲੇ ਦਾ ਪਾਊਡਰ 1 ਚਮਚਾ ਉਹ ਤਾਂ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਖਾ ਲਿਆ ਕਰੋ। ਜੇ ਤੁਹਾਨੂੰ ਜੂਸ ਮਿਲਦਾ ਤਾਂ ਜੂਸ ਦੇ ਵਿੱਚੋਂ 5-6 ਚਮਚੇ ਜੂਸ ਦੇ ਅਤੇ 2 ਚਮਚੇ ਸ਼ਹਿਦ ਦੇ ਮਿਲਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਤੁਸੀਂ ਅਨਾਰ ਦੇ ਜੂਸ ਦੇ ਵਿੱਚੋਂ ਨਾਲ ਤੁਸੀਂ ਆਪਣੇ ਮਲੱਠੀ ਦਾ ਚੂਰਨ 1 ਚਮਚਾ, ਅਨਾਰ ਦੇ ਜੂਸ ਨਾਲ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਲਕੋਰੀਏ ਵਾਸਤੇ ਤੁਸੀਂ ਅਸਗੰਧ 1 ਚਮਚਾ ਅਤੇ ਮਿਸ਼ਰੀ 1 ਚਮਚਾ, ਇਹ ਲੈ ਕੇ ਤੁਸੀਂ ਉਹਨੇ ਦੁੱਧ ਨਾਲ ਇਹ ਲੈ ਸਕਦੇ ਹੈਗੇ ਤੁਸੀਂ। ਫਿਰ ਸੁਪਾਰੀ ਪਾਕ, ਇਹ ਬਣਿਆ ਬਣਾਇਆ ਔਡਰ ਦੇ ਕੇ ਤੁਸੀਂ ਮੰਗਾ ਸਕਦੇ ਹੈਗੇ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਜਾਮ ਜੇ ਮੰਗੂ ਹੋਊਗਾ ਇਹ ਖਾ ਲਿਆ ਕਰੋ। 100% ਗਰੰਟੀ ਹੈ ਜਿਹਦੇ ਨਾਲ ਠੀਕ ਹੋ ਜਾਂਦਾ ਹੈਗਾ ਲਕੋਰੀ। ਜਿਹੜੇ ਕਹਿੰਦੇ ਹੱਡੀ ਦੇ ਵਿੱਚੋਂ ਤੇੜ ਜੀ ਆ ਗਈ, ਦੁਖਦੀ ਹੈਗੀ ਉੱਥੇ, ਇੱਕ ਤਾਂ ਤੁਸੀਂ ਆਇਓਡੈਕਸ ਦੀ ਤੁਸੀਂ ਉਹਨੇ ਮਾਲਿਸ਼ ਕਰੋ ਉਹਦੇ ਉੱਤੇ, ਨਹੀਂ ਤਾਂ ਆਪਣੇ ਜਿਹੜਾ ਕਿੱਕਰ ਦੇ ਬੀਜ ਹੁੰਦੇ ਜੀ, ਕਿੱਕਰ ਦੇ ਤੁੱਕੇ ਸਮਝ ਲਓ, ਉਹ ਉਹਨੇ ਸ਼ਹਿਦ ਪਾ ਕੇ ਉਹਦਾ ਉਹਨੇ ਲੇਪ ਜਿਹਾ ਬਣਾ ਕੇ ਉਹ ਤੁਸੀਂ ਉਹਨੇ ਲਗਾਉਣਾ ਹੈਗਾ ਜੀ। ਨਹੀਂ ਤਾਂ ਉਹਨੇ ਤੁਸੀਂ ਆਪਣੇ ਹਲਦੀ ਤੁਸੀਂ ਲੈ ਸਕਦੇ ਹੈ 5 ਬੂੰਦਾਂ ਪਤਾਸ਼ੇਵਾਂ ਪਾ ਕੇ, ਹਲਦੀ ਤੁਸੀਂ ਆਪਣੇ ਹਲਦੀ ਦੇ ਤੇਲ ਦੀਆਂ ਬੂੰਦਾਂ 5 ਪਤਾਸ਼ੇਵਾਂ ਪਾ ਕੇ ਤੁਸੀਂ ਇਹ ਲੈ ਸਕਦੇ ਹੈਗੇ। ਜਾਂ ਫਿਰ ਜੇ ਇਹਦੇ ਵਿੱਚੋਂ ਤੁਸੀਂ ਅਸ਼ੋਕਾ ਦਾ ਜਿਹੜਾ ਪਾਊਡਰ ਹੁੰਦਾ ਜੀ ਉਹ ਤੁਸੀਂ ਆਪਣੇ 2 ਚਮਚੇ ਇਹਦੀ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ। ਨਹੀਂ ਤਾਂ 1 ਚਮਚਾ ਦੁੱਧ ਉਬਾਲ ਕੇ ਤੁਸੀਂ ਉਹ ਪੀ ਲਿਆ ਕਰੋ, ਇਹ ਵੀ ਹੱਡੀ ਵਾਸਤੇ ਠੀਕ ਹੁੰਦਾ ਜੀ। ਜਾਂ ਫਿਰ ਜੇ ਤੁਹਾਡੇ ਕੋਲ ਆਪਣੇ ਅਰਜਨ ਦੀ ਛਿੱਲ ਰਹੀ ਹੈਗੀ, ਇਹ ਤੁਸੀਂ ਆਪਣੇ ਘੀ ਦੇ ਵਿੱਚੋਂ ਥੋੜ੍ਹੀ ਗਰਮ ਕਰਕੇ ਜਿੱਥੇ ਸਾਰੇ ਪੇਨ ਹੁੰਦੀ ਉੱਥੇ ਲਗਾਉਣੀ ਹੈ ਜੀ, ਲਗਾਉਣਾ ਹੈਗਾ ਅਰਜਨ ਦਾ ਪਾਊਡਰ ਦਾ ਪੇਸਟ ਜਿਹਾ ਬਣਾ ਕੇ ਇਹ ਤੁਸੀਂ ਲਗਾ ਲਿਆ ਕਰੋ। ਆਪਣਾ ਟਾਈਮ ਵੀ ਹੋਣ ਵਾਲਾ। ਚਲੋ ਠੀਕ ਹੈ ਜੀ, ਫਿਰ ਜਿਹੜੇ ਰਹਿ ਗਏ ਅਗਲੇ ਹਫ਼ਤੇ ਦੇ ਦੂੰਗਾ ਜੀ। ਜ਼ਰੂਰ ਜੀ ਜ਼ਰੂਰ, ਥੈਂਕ ਯੂ ਜੀ। ਓਕੇ ਜੀ, ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਜੀ, ਅੱਜ ਦੇ ਦਿਨ ਜੁੜਦੇ ਨੇ, ਇਸ ਦੇ ਵਿੱਚ ਕਾਲਸ ਨਹੀਂ ਲੈਂਦੇ। ਮੰਗਲਵਾਰ ਨੂੰ ਤੁਸੀਂ ਕਾਲ ਕਰ ਸਕਦੇ ਹਾਂ 4082725200। ਹੁਣ ਇਸੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਆ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।